ਇੰਟਰਨੈਟ ਤੱਕ ਦੀ ਫੈਸਿਲਿਟੀ ਜਿਹੜੀ ਕਿ ਪਿੰਡਾਂ ਦੇ ਵਿੱਚ ਲੋਕਾਂ ਦੇ ਕੋਲ ਨਹੀਂ ਸੀ, ਉਹ ਪਹੁੰਚੀ ਜਾ ਰਹੀ ਹੈ। ਦੂਜੀ ਚੀਜ਼, ਤੁਸੀਂ ਗੱਲ ਕਰਦੇ ਹੋ ਸਿਰਫ ਯੂਪੀ ਦੇ ਵਿੱਚ ਕਿ ਉੱਥੇ ਭਾਜਪਾ ਦੀ ਸਰਕਾਰ ਹੈ ਤੇ ਅਸੀਂ ਕਹਿੰਦੇ ਹਾਂ ਕਿ ਜੀ ਉਹਨਾਂ ਨੇ ਕੁਝ ਨਹੀਂ ਕੀਤਾ। ਠੀਕ ਹੈ ਜੀ, ਜੇ ਆਵਾਰਾ ਪਸ਼ੂਆਂ ਦੀ ਸਮੱਸਿਆ ਸਿਰਫ ਯੂਪੀ ਦੇ ਵਿੱਚ ਹੈ ਤੇ ਕੀ ਪੰਜਾਬ 'ਚ ਨਹੀਂ ਹੈਗੀ? ਪੰਜਾਬ 'ਚ ਕਿਹੜਾ ਭਾਜਪਾ ਦੀ ਸਰਕਾਰ ਹੈ? ਤੁਸੀਂ ਇਹ ਦੇਖੋ ਸਰ, ਮੇਰੀ ਗੱਲ ਸੁਣੋ ਪਹਿਲਾਂ ਤੁਸੀਂ, ਜੇਕਰ ਅਸੀਂ ਪੰਜਾਬ ਦੇ ਵਿੱਚ ਵੀ ਰਾਤ ਦੇ ਸਮੇਂ ਤੇਜ਼ ਵਾਹਨ ਦੇ ਉੱਤੇ ਜਾ ਰਹੇ ਹੋਵਾਂਗੇ ਨਾ, ਸਾਨੂੰ ਨਹੀਂ ਪਤਾ ਲੱਗੂਗਾ ਕਿਹੜਾ ਕਾਲਾ ਆਵਾਰਾ ਪਸ਼ੂ ਸਾਹਮਣੇ ਆ ਜਾਏ ਔਰ ਕਿੰਨੇ ਹਾਦਸੇ ਹੁੰਦੇ ਨੇ ਪੰਜਾਬ ਦੇ ਵਿੱਚ। ਔਰ ਜਿਵੇਂ ਘੱਟ ਗਿਣਤੀ ਫਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਔਰਤਾਂ ਦੇ ਉੱਪਰ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਗਏ ਕਿ ਜੇ ਆਏ ਹੋ ਗਿਆ ਤਾਂ ਅਸੀਂ ਆਹ ਕਰ ਦਿਆਂਗੇ, ਤੇ ਬੜਾ ਕੁਛ ਕਿਹਾ ਗਿਆ। ਘਰਾਂ 'ਚ ਵੜ ਕੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਔਰ ਸਾਰੇ ਬਾਜ਼ਾਰ ਕੀ ਗਲੀਆਂ ਬਾਜ਼ਾਰਾਂ ਦੇ ਵਿੱਚ ਉਹ ਨਾਅਰੇ ਬੁਲੰਦ ਕੀਤੇ ਗਏ ਜਿਹੜੇ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਸੀ। ਉਸ ਵੇਲੇ ਇਸ ਆਧੁਨਿਕ ਯੁੱਗ ਜਿਹੜਾ ਵਿਗਿਆਨਕ ਯੁੱਗ ਹੈ, ਉਹਦੇ ਵਿੱਚ ਤੁਸੀਂ ਲੋਕਾਂ ਨੂੰ ਥਾਲੀਆਂ ਖੜਕਾਉਣ ਵਾਸਤੇ ਕਹਿ ਰਹੇ ਹੋ, ਇਹ ਕਿਸ ਤਰ੍ਹਾਂ ਦੀ ਵਿਚਾਰਧਾਰਾ ਹੈ? ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਥਾਲੀਆਂ ਖੜਕਾਣਾ ਕਰੋਨਾ ਨੂੰ ਦੜਾਉਣ ਦੀ ਨੀਤੀ ਨਹੀਂ ਸੀ। ਪਹਿਲੀ ਗੱਲ ਏਕਤਾ ਸੀ, ਠੀਕ ਹੈ, ਆਪਸ ਦੇ ਵਿੱਚ ਯੂਨਿਟੀ ਸੀ। ਔਰ ਦੇਖੋ ਅਸੀਂ ਬਹੁਤ ਇਮੋਸ਼ਨਲ ਲੋਕ ਹਾਂ। ਡਰ ਕਿਉਂ ਲੱਗਦਾ ਕਿ ਅਸੀਂ ਇਮੋਸ਼ਨਲ ਲੋਕ ਹਾਂ? ਤੁਹਾਨੂੰ ਇਹ ਡਰ ਕਿਉਂ ਲੱਗਦਾ ਹੈ? ਤੁਹਾਨੂੰ ਇਹ ਡਰ ਕਿਉਂ ਲੱਗਦਾ ਕਿ ਯੂਨਿਟੀ? ਇਹਦੇ ਵਿੱਚ ਡਰ ਵਾਲੀ ਗੱਲ ਤੁਹਾਨੂੰ ਕਿਉਂ ਡਰ ਲੱਗਦਾ ਕਿ ਯੂਨਿਟੀ ਨਹੀਂ? ਹਿੰਦੁਸਤਾਨ ਬਿਲਕੁਲ ਇੱਕ ਹੈ। ਸਤਿ ਸ਼੍ਰੀ ਅਕਾਲ, HSN TV ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਚੋਣਾਂ ਭਰੀ ਚੰਗੇਤ ਪ੍ਰੋਗਰਾਮ ਦੇ ਵਿੱਚ ਮੈਂ ਸ਼ੀਤਲ ਠਾਕੁਰ ਨਿੱਘਾ ਸਵਾਗਤ ਕਰਦੀ ਹਾਂ। ਸੋ ਸਿਆਸਤ ਨਾਲ ਜੁੜੇ ਵੱਖ-ਵੱਖ ਮੁੱਦੇ ਨੇ ਸਾਡੇ ਕੋਲ, ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਔਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਹਰ ਰੋਜ਼ ਦੀ ਤਰ੍ਹਾਂ ਮਾਹਰ ਮਹਿਮਾਨ ਮਿਸਟਰ ਬਲਜੀਤ ਸਿੰਘ ਜੁੜੇ ਹੋਏ ਨੇ। ਆਓ ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਸਰ, ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਸ਼ੁਕਰੀਆ ਸ਼ੀਤਲ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਸਰ, ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ। ਤੇ ਪੰਜਾਬ ਦੇ ਵਿੱਚ ਭਾਵੇਂ 20 ਤਰੀਕ ਨੂੰ ਵੋਟਾਂ ਪੈ ਗਈਆਂ ਨੇ, 10 ਮਾਰਚ ਨੂੰ ਨਤੀਜੇ ਆਉਣੇ ਨੇ, ਪਰ ਇਸ ਦਰਮਿਆਨ ਵੱਖੋ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਦਾਅਵੇ ਤਾਂ ਚਲੋ ਹਰ ਵਾਰੀ ਕੀਤੇ ਜਾਂਦੇ ਨੇ, ਪਰ ਵਿੱਚੋਂ ਵਿੱਚ ਮੈਨੂੰ ਲੱਗਦਾ ਸਰ ਹਰ ਕਿਸੇ ਨੂੰ ਇਸ ਗੱਲ ਦਾ ਡਰ ਪਿਆ ਹੋਇਆ ਹੈ ਕਿ ਇਸ ਵਾਰ ਦੀਆਂ ਜਿਹੜੀਆਂ ਚੋਣਾਂ ਹੋਈਆਂ ਸਨ ਉਹ ਬਹੁਪੰਥੀ ਸੀ, ਯਾਨੀ ਕਿ 5-6 ਪਾਰਟੀਆਂ 'ਚ ਡਿਵੀਜ਼ਨ ਹੋਈ ਸੀ। ਸੋ ਸਾਡੀਆਂ ਜਿਹੜੀਆਂ ਵੋਟਾਂ ਨੇ ਟੁੱਟ ਜਾਣੀਆਂ ਨੇ ਤੇ ਸਾਨੂੰ ਇਕੱਲੇ ਨੂੰ ਸ਼ਾਇਦ ਇੱਕ ਅੱਧੇ ਨੂੰ ਨਾ ਬਹੁਮਤ ਮਿਲੇ, ਜਾਂ ਹੋ ਸਕਦਾ ਹੈ ਕਿ ਇੱਕ ਨੂੰ ਪੂਰਾ ਬਹੁਮਤ ਮਿਲੇ ਹੀ ਨਾ ਤੇ ਉਹਨੂੰ ਗੱਠਜੋੜ ਕਰਨਾ ਪਏ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਹਰੇਕ ਪਾਰਟੀ ਦੇ ਅੰਦਰੋਂ ਅੰਦਰ ਚੱਲਦੀਆਂ ਪਈਆਂ ਨੇ। ਦੂਜਾ ਜਿਹੜਾ ਫੈਕਟਰ ਕੱਲ ਉੱਭਰ ਕੇ ਸਾਹਮਣੇ ਆਇਆ, ਉਹ ਇਹ ਆਇਆ, ਕਹਿੰਦੇ ਨੇ ਕਿ ਪੰਜਾਬ ਦੇ 3 ਹਲਕੇ ਇਹੋ ਜਿਹੇ ਨੇ ਜਿਨ੍ਹਾਂ ਦੇ ਉੱਤੇ ਫਿਰ ਤੋਂ ਜਿਮਨੀ ਚੋਣਾਂ ਹੋਣ ਦੇ ਆਸਾਰ ਨੇ। ਉਹ ਹਲਕੇ ਹੈ ਜਿੱਥੋਂ ਇੱਕ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਯਾਨੀ ਕਿ ਮੁੱਖ ਮੰਤਰੀ ਦਾ ਚਿਹਰਾ ਖੜੇ ਨੇ, ਜਲਾਲਾਬਾਦ ਤੋਂ ਸੁਖਬੀਰ ਬਾਦਲ ਖੜੇ ਨੇ, ਤੇ ਭਦੌੜ ਤੋਂ ਤੇ ਚਮਕੌਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੜੇ ਨੇ। ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਤਿੰਨੋਂ ਉਮੀਦਵਾਰ ਆਪੋ ਆਪਣੇ ਹਲਕਿਆਂ ਦੇ ਵਿੱਚ ਸੀਟਾਂ ਜਿੱਤ ਜਾਂਦੇ ਨੇ ਤਾਂ ਇਹ ਤਿੰਨਾਂ ਦੀਆਂ ਜਿਮਨੀ ਚੋਣਾਂ ਹੋਣ ਦੇ ਆਸਾਰ ਨੇ। ਤੁਹਾਨੂੰ ਕੀ ਲੱਗਦਾ? ਸ਼ੀਤਲ ਜੀ, ਦੇਖੋ, ਇਹ ਤਾਂ ਖੈਰ ਸੰਵਿਧਾਨ ਵੱਲੋਂ ਮਿਲਿਆ ਹੋਇਆ ਹੱਕ ਹੈ ਕਿ ਕੋਈ ਵਿਅਕਤੀ ਜਿਹੜਾ ਉਹ 2 ਥਾਵਾਂ ਤੋਂ ਖੜਾ ਹੋ ਸਕਦਾ। ਬਿਲਕੁਲ। ਔਰ ਦੂਸਰੀ ਗੱਲ ਇਹ ਹੈ ਕਿ ਜੇ ਕੋਈ ਬੰਦਾ ਪਾਰਲੀਮੈਂਟ ਦਾ ਮੈਂਬਰ ਹੈ ਜਾਂ ਰਾਜ ਸਭਾ ਦਾ ਮੈਂਬਰ ਹੈ ਤਾਂ ਉਹ ਵਿਧਾਇਕ ਦੀ ਚੋਣ ਵੀ ਲੜ ਸਕਦਾ। ਔਰ ਫਿਰ ਇਸ ਸੂਰਤ ਵਿੱਚ ਜੇ ਉਹ ਵਿਧਾਇਕ ਦੀ ਚੋਣ ਜਿੱਤ ਜਾਂਦਾ ਤਾਂ ਉਸ ਨੂੰ ਉਹਦੇ ਤੇ ਡਿਪੈਂਡ ਕਰਦਾ ਵੀ ਉਹ ਕਿਹੜੀ ਜਿਹੜੀ ਸੀਟ ਰੱਖਣੀ ਚਾਹੇਗਾ ਜੀ। ਜੇ ਉਹ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋਣਾ ਚਾਹੁੰਦਾ ਤਾਂ ਉਸ ਨੂੰ ਪਾਰਲੀਮੈਂਟ ਦੀ ਜਿਹੜੀ ਸੀਟ ਆ ਉਹ ਖਾਲੀ ਕਰਨੀ ਪਏਗੀ। ਇਹਦਾ ਮਤਲਬ ਇਹ ਹੈ ਕਿ ਜਿਸ ਪਾਰਲੀਮੈਂਟ ਹਲਕੇ ਨੂੰ ਉਹ ਰਿਪਰੈਜ਼ੈਂਟ ਕਰਦਾ ਉਹਦੇ ਤੇ ਦੁਬਾਰਾ ਚੋਣ ਹੋਏਗੀ। ਔਰ ਹੁਣ ਕੀ ਹੈ ਕਿ ਫਿਰੋਜ਼ਪੁਰ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪਾਰਲੀਮੈਂਟ ਮੈਂਬਰ ਨੇ ਔਰ ਭਗਵੰਤ ਮਾਨ ਸੰਗਰੂਰ ਤੋਂ ਪਾਰਲੀਮੈਂਟ ਮੈਂਬਰ ਨੇ। ਦੋਨੇ ਹੀ ਵਿਧਾਇਕ ਵਜੋਂ ਚੋਣ ਉਹਨਾਂ ਨੇ ਲੜੀ ਹੈ ਜੀ। ਜੇ ਉਹ ਚੋਣ ਜਿੱਤ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਆਪਣੇ ਪਾਰਲੀਮੈਂਟ ਵਾਲੀ ਸੀਟਾਂ ਨੇ ਜਿਹੜੀਆਂ ਉਹ ਛੱਡਣੀਆਂ ਪੈਣਗੀਆਂ। ਇਸੇ ਤਰ੍ਹਾਂ ਜੇ ਭਦੌੜ ਤੋਂ ਜਿੱਤ ਜਾਂਦੇ ਨੇ, ਚਮਕੌਰ ਸਾਹਿਬ ਤੋਂ ਜਿੱਤ ਜਾਂਦੇ ਨੇ ਚਰਨਜੀਤ ਸਿੰਘ ਚੰਨੀ, ਤਾਂ ਉਹਨਾਂ ਨੂੰ 1 ਸੀਟ ਖਾਲੀ ਕਰਨੀ ਪਏਗੀ। ਇਹਦਾ ਮਤਲਬ ਫਿਰ 3 ਸੀਟਾਂ ਤੇ 2 ਪਾਰਲੀਮੈਂਟ ਸੀਟਾਂ ਤੇ ਔਰ 1 ਜਿਹੜੀ ਹੈ ਵਿਧਾਨ ਸਭਾ ਦੀ ਸੀਟ ਤੇ ਮੁੜ ਚੋਣ ਹੋਵੇਗੀ। ਹੁਣ ਗੱਲ ਇਹ ਹੈ ਕਿ ਭਾਵੇਂ ਸੰਵਿਧਾਨ ਵੱਲੋਂ ਇਹ ਖੁੱਲ੍ਹ ਦਿੱਤੀ ਗਈ ਹੈ, ਲੇਕਿਨ ਇਹਦਾ ਅਸਰ ਕੀ ਹੁੰਦਾ? ਲੋਕਾਂ ਦਾ ਪੈਸਾ ਜਿਹੜਾ ਹੁੰਦਾ ਜਾਂ ਜਨਤਕ ਪੈਸਾ ਹੁੰਦਾ ਉਹ ਇੱਕ ਤਰ੍ਹਾਂ ਨਾਲ ਬਹੁਤ ਜ਼ਾਇਆ ਹੁੰਦਾ ਔਰ ਫਿਰ ਉਹਦੇ ਵਿੱਚ ਫਿਰ ਲੋਕ ਦੁਬਾਰਾ ਸ਼ਿਰਕਤ ਕਰਦੇ ਆ। ਲੋਕਾਂ ਦਾ ਤਾਣ ਵੀ ਹੁੰਦਾ ਔਰ ਲੋਕਾਂ ਦਾ ਵੀ ਫਿਰ ਪੈਸਾ ਲੱਗਦਾ ਉਹਦੇ 'ਚ। ਸਰਕਾਰ ਜਿਹੜੀ ਉਹ ਲੋਕਾਂ ਦੇ ਪੈਸੇ ਦਾ ਹੀ ਇਸਤੇਮਾਲ ਕਰਦੀ ਹੈ ਚੋਣਾਂ ਵਿੱਚ। ਦੇਖੋ, ਭਾਵੇਂ ਸੰਵਿਧਾਨ ਵੱਲੋਂ ਇਹ ਖੁੱਲ੍ਹ ਦਿੱਤੀ ਗਈ ਹੈ ਜਿਸ ਦਾ ਆਪਾਂ ਜ਼ਿਕਰ ਕੀਤਾ, ਪਰ ਗੱਲ ਇਹ ਹੈ ਕਿ ਇਹਦੇ 'ਚ ਪੈਸੇ ਦੀ ਬਰਬਾਦੀ ਹੁੰਦੀ ਹੈ, ਜਨਤਕ ਪੈਸੇ ਦੀ ਬਰਬਾਦੀ ਹੁੰਦੀ ਹੈ। ਔਰ ਇਸ ਤਰ੍ਹਾਂ ਦੀ ਖੁੱਲ੍ਹ ਨਹੀਂ ਦੇਣੀ ਚਾਹੀਦੀ। ਜੇ ਕਿਸੇ ਵਿਅਕਤੀ ਨੇ ਚੋਣ ਲੜਨੀ ਹੈ ਤਾਂ ਉਹ ਇੱਕ ਹਲਕੇ ਤੋਂ ਹੀ ਲੜੇ, ਲੇਕਿਨ ਕਿਉਂਕਿ ਇਸ ਤਰ੍ਹਾਂ ਦਾ ਪ੍ਰਾਵਧਾਨ ਹੈ ਤਾਂ ਉਸ ਨੂੰ ਫਿਰ ਆਪਾਂ ਰੋਕ ਨਹੀਂ ਸਕਦੇ। ਇਹ ਤਾਂ ਹੁਣ ਸਰਕਾਰ ਨੂੰ ਸੋਚਣਾ ਚਾਹੀਦਾ ਜਾਂ ਇਸ ਤਰ੍ਹਾਂ ਦੇ ਕਾਨੂੰਨ ਬਣਨੇ ਚਾਹੀਦੇ ਨੇ ਕਿ ਜਿਹੜਾ ਬੰਦਾ ਪਾਰਲੀਮੈਂਟ ਦਾ ਮੈਂਬਰ ਹੈ ਉਹ ਆਪਣੀ ਟਰਮ ਪੂਰੀ ਕਰੇ, ਉਸ ਤੋਂ ਬਾਅਦ ਉਹ ਚੋਣ ਲੜੇ, ਭਾਵੇਂ ਕਿਸੇ ਵਿਧਾਨ ਸਭਾ ਹਲਕੇ ਤੋਂ ਲੜੇ ਜਾਂ ਮੁੜ ਉਹ ਪਾਰਲੀਮੈਂਟ
ਜਿਸ ਹਲਕੇ ਨੂੰ ਉਹ ਰਿਪਰੈਜ਼ੈਂਟ ਕਰਦਾ ਉਹਦੇ ਤੇ ਚੋਣ ਲੜੇ। ਲੇਕਿਨ ਜਦੋਂ ਪਾਰਲੀਮੈਂਟ, ਹੁਣ ਕੀ ਹੈ ਇਹਦੇ ਨਾਲ ਕੀ ਹੁੰਦਾ ਕਿ ਉਹ ਆਪਣਾ ਫਰਜ਼ ਪਾਰਲੀਮੈਂਟ 'ਚ ਵੀ ਅਦਾ ਨਹੀਂ ਕਰ ਸਕਦਾ, ਤੇ ਫਿਰ ਉਹਨੂੰ ਇਹ ਲਾਲਚ ਹੁੰਦਾ ਕਿ ਮੈਂ ਮਤਲਬ ਇੱਕ ਸੂਬੇ ਦੇ ਜਿਹੜੇ ਸਿਆਸੀ ਦ੍ਰਿਸ਼ ਹੈਗਾ ਉਹਦੇ ਵਿੱਚ ਮੈਂ ਸਰਗਰਮ ਹੋਵਾਂ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਹਨ ਤਾਂ ਨਕਾਰਾਤਮਕ, ਪਰ ਇਹ ਤਦ ਹੀ ਹੋ ਸਕਦਾ ਕਿ ਜਦ ਸਰਕਾਰ ਇਸ ਬਾਰੇ ਸੋਚੇ ਕੋਈ ਇਸ ਤਰ੍ਹਾਂ ਦੇ ਕਾਨੂੰਨ ਬਣਨ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਕਿਉਂਕਿ ਜੇਕਰ ਅਸੀਂ ਹਰ ਪਾਸੇ ਹੀ ਲੱਤਾਂ ਫਸਾ ਕੇ ਰੱਖਾਂਗੇ ਤਾਂ ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਜਿਹੜੀ ਕਹਾਵਤ ਹੈ ਉਹ ਇਹਨਾਂ ਦੇ ਉੱਤੇ ਲਾਗੂ ਹੋ ਜਾਂਦੀ ਹੈ। ਸ਼ਾਇਦ ਇਸੇ ਕਾਰਨ ਜਿਹੜੀ ਹੈ ਪੂਰੀ ਤਰ੍ਹਾਂ ਵਿਕਾਸ ਕਾਰਜਾਂ ਦੇ ਵਿੱਚ ਸਾਡੇ ਇਹ ਜਿਹੜੇ ਸਿਆਸਤਦਾਨ ਨੇ, ਮੈਂ ਕਹੂੰਗੀ ਬੜੇ ਇਮਾਨਦਾਰ ਸਿਆਸਤਦਾਨ ਨੇ, ਜਿਹੜੇ ਧਿਆਨ ਨਹੀਂ ਦੇ ਪਾਉਂਦੇ। ਪੰਜਾਬ ਤੇ ਵਾਪਸ ਆਉਂਦੇ ਆ, ਪੰਜਾਬ ਦੀ ਗੱਲ ਕਰਦੇ ਆ, ਪਰ ਪਹਿਲਾਂ ਚੱਲਦੇ ਆ ਯੂਪੀ ਵੱਲ। ਮੰਗਲਵਾਰ ਨੂੰ ਸਰ ਯੂਪੀ ਦੇ ਵਿੱਚ ਇੱਕ ਕਮਾਲ ਦੀ ਗੱਲ ਸਾਹਮਣੇ ਆਈ ਹੈ। ਗੱਲ ਇਦਾਂ ਹੋਈ ਹੈ, ਬੜੀ ਹੈਰਾਨੀ ਵਾਲੀ ਹੈ ਕਿ ਉੱਥੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਰੈਲੀ ਸੀ। ਰੈਲੀ 2-3 ਘੰਟੇ ਦੇਰੀ ਨਾਲ ਸ਼ੁਰੂ ਹੋਈ। ਕਾਰਨ ਇਹ ਸੀ ਕਿ ਜਿਸ ਜਗ੍ਹਾ ਦੇ ਉੱਤੇ ਰੈਲੀ ਹੋਣੀ ਸੀ ਉਸ ਜਗ੍ਹਾ ਦੇ ਉੱਤੇ ਲੋਕਾਂ ਦੀ ਬਜਾਏ ਕਿਸਾਨਾਂ ਨੇ ਖੁੱਲੇ ਅਵਾਰਾ ਪਸ਼ੂ ਭੇਜ ਦਿੱਤੇ। ਪਸ਼ੂਆਂ ਦੇ ਵਿੱਚ ਗਾਵਾਂ ਸਨ, ਬਲਦ ਸਨ, ਸਾਂਢ ਵੀ ਸਨ। ਸੋ ਪਸ਼ੂਆਂ ਦੇ ਉਸ ਰੈਲੀ ਦੇ ਵਿੱਚ ਘੁਸ ਜਾਣ ਦੇ ਨਾਲ ਭਗਦੜ ਤਾਂ ਇਹੋ ਜਿਹੀ ਮਚੀ ਹੈ ਕਿ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ। ਕੀ ਕਹੋਗੇ ਇਹਦੇ ਬਾਰੇ? ਦੇਖੋ, ਗੱਲ ਠੀਕ ਹੈ, ਲੋਕਾਂ ਦੀਆਂ ਮੁਸੀਬਤਾਂ ਨੇ, ਮੁਸ਼ਕਲਾਂ ਨੇ, ਜਿਹੜੀਆਂ ਜਾਨਾਂ ਦੀਆਂ ਸਮੱਸਿਆਵਾਂ ਨੇ, ਸਰਕਾਰ ਦਾ ਫਰਜ਼ ਬਣਦਾ ਕਿ ਉਹਨਾਂ ਨੂੰ ਨਜਿੱਠਿਆ ਜਾਵੇ। ਜਦੋਂ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣੀ ਜਾਂ ਉਹਨਾਂ ਦੀ ਸੁਣੀ ਨਹੀਂ ਜਾ ਰਹੀ, ਔਰ ਬਹੁਤ ਵਾਰੀ ਲੋਕ ਅੰਦੋਲਨ ਵੀ ਕਰਦੇ ਨੇ। ਅੰਦੋਲਨਾਂ ਦਾ, ਮੁਜ਼ਾਹਰਿਆਂ ਦਾ, ਹੜਤਾਲਾਂ ਦਾ ਕਾਰਨ ਕੀ ਹੁੰਦਾ? ਕਾਰਨ ਇਹੀ ਹੁੰਦਾ ਨਾ ਕਿ ਲੋਕ ਦੁਖੀ ਹੁੰਦੇ ਨੇ, ਔਰ ਇਹ ਜਿਹੜੇ ਡੰਗਰ ਉੱਥੇ ਉਹਨਾਂ ਨੇ ਛੱਡੇ ਹੈ ਇਹ ਸਿਰਫ ਸਰਕਾਰ ਨੂੰ ਸੁਨੇਹਾ ਦੇਣ ਵਾਸਤੇ ਭੇਜੇ ਨੇ ਕਿ ਭਾਈ ਸਾਡੀਆਂ ਇਹ ਫਸਲਾਂ ਖਰਾਬ ਕਰਦੇ ਨੇ ਔਰ ਅਸੀਂ ਲੰਮੇ ਸਮੇਂ ਤੋਂ ਇਹ ਤੁਹਾਨੂੰ ਬੇਨਤੀਆਂ ਅਰਜ਼ੋਈਆਂ ਕਰ ਰਹੇ ਹਾਂ, ਲੇਕਿਨ ਤੁਹਾਡੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਤਾਂ ਹੁਣ ਜਦੋਂ ਤੁਸੀਂ ਰੈਲੀ ਕਰਨੀ ਹੈ ਤੇ ਤੁਹਾਨੂੰ ਦੱਸਦੇ ਆ ਕਿ ਇਹ ਪਸ਼ੂਆਂ ਦੀ ਕੀ ਭੂਮਿਕਾ ਹੋ ਸਕਦੀ ਹੈ, ਉਹ ਸਾਰਾ ਕੁਝ ਉੱਥੇ ਵਿਗਾੜ ਦਿੱਤਾ ਉਹਨਾਂ ਨੇ। ਫਿਰ ਲੇਕਿਨ ਇਹ ਜਿਹੜੇ ਸਿਆਸਤਦਾਨ ਹੁੰਦੇ ਆ ਉਹਨਾਂ ਨੂੰ ਇਹਨਾਂ ਗੱਲਾਂ ਤੇ ਨਾਲ ਬਹੁਤ ਕੋਈ ਹੁੰਦਾ ਨਹੀਂ ਤਾਲੁਕ, ਤੇ ਉਹ ਇਹਦਾ ਕੋਈ ਅਸਰ ਵੀ ਨਹੀਂ ਕਬੂਲਦੇ, ਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ, ਕੋਈ ਵਾਅਦੇ ਕਰਕੇ ਫਿਰ ਲੋਕਾਂ ਨੂੰ ਗੁੰਮਰਾਹ ਕਰਕੇ ਤੁਰ ਜਾਂਦੇ ਨੇ। ਨਹੀਂ, ਮੈਨੂੰ ਲੱਗਦਾ ਹੈ ਕਿ ਅਸਰ ਤਾਂ ਹੈ, ਕਿਉਂਕਿ ਜੇਕਰ ਅਸੀਂ ਦੇਖਿਆ ਜਾਵੇ ਯੂਪੀ ਵੱਲ ਜੇਕਰ ਆਪਾਂ ਧਿਆਨ ਮਾਰੀਏ ਤੇ 5 ਸਾਲਾਂ ਦੇ ਵਿੱਚ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਬਹੁਤ ਸਾਰੀਆਂ ਗਊਸ਼ਾਲਾ ਜਿਹੜੀਆਂ ਨੇ ਖੋਲੀਆਂ ਨੇ, ਬਹੁਤ ਸਾਰੀਆਂ ਗਊਆਂ ਸਤਿਕਾਰ ਦੇ ਨਾਲ ਉੱਥੇ ਰੱਖੀਆਂ ਜਾਂਦੀਆਂ ਨੇ। ਪਰ ਕੁਝ ਅਵਾਰਾ ਪਸ਼ੂ ਐਵੇਂ ਦੇ ਰਹਿ ਵੀ ਗਏ ਨੇ ਜਿਨ੍ਹਾਂ ਦਾ ਉਹਨਾਂ ਨੇ ਇਹ ਕਿਹਾ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਅਸੀਂ ਹੋਰ ਵੀ ਇਹਨਾਂ ਦਾ ਜਿਹੜਾ ਸਿਸਟਮ ਇਹੋ ਜਿਹਾ ਬਣਾਵਾਂਗੇ ਕਿ ਇਹਨਾਂ ਨੂੰ ਸੰਭਾਲਿਆ ਜਾਵੇ। ਦੂਜੀ ਗੱਲ, ਜਦੋਂ ਇਹ ਰੈਲੀ ਦੇ ਉੱਤੇ ਇਹ ਗੱਲ ਵਾਪਰੀ ਉਸ ਤੋਂ ਬਾਅਦ ਯੋਗੀ ਆਦਿੱਤਿਆਨਾਥ ਨੇ ਇੱਕ ਇਹੋ ਜਿਹੀ ਵੀਡੀਓ ਜਾਰੀ ਕੀਤੀ ਹੈ ਜਿਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਹੀ ਆਪ ਮੁਹਾਰੇ ਇਹ ਕਿਹਾ ਕਿ ਹਜੇ ਵੀ ਅਵਾਰਾ ਪਸ਼ੂਆਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਯੂਪੀ 'ਚ ਪੂਰੀ ਤਰ੍ਹਾਂ ਨਹੀਂ ਅਸੀਂ ਕਰ ਪਾਏ, ਥੋੜੀਆਂ ਬਹੁਤ ਅਸੀਂ ਸੈਟਲ ਕਰ ਦਿੱਤੀਆਂ ਨੇ, ਪਰ ਆਉਣ ਵਾਲੇ 5 ਸਾਲਾਂ ਦੇ ਵਿੱਚ ਅਸੀਂ ਕਰਾਂਗੇ, ਹੋਰ ਵੀ ਗਊਸ਼ਾਲਾ ਬਣਾਵਾਂਗੇ। ਇਸ ਤੋਂ ਇਲਾਵਾ ਗੱਲ ਉੱਥੇ ਆ ਕੇ ਖਤਮ ਹੁੰਦੀ ਹੈ ਸਰ ਜਦੋਂ ਜਿਹੜੇ ਪਸ਼ੂ ਦੁਧਾਰੂ ਨਹੀਂ ਹੁੰਦੇ, ਜਿਹੜੇ ਦੁੱਧ ਨਹੀਂ ਦਿੰਦੇ, ਲੋਕਾਂ ਦੀ ਇਹੋ ਜਿਹੀ ਮਾਨਸਿਕਤਾ ਹੁੰਦੀ ਹੈ ਕਿ ਉਹਨਾਂ ਨੂੰ ਅਵਾਰਾ ਛੱਡ ਦਿੰਦੇ ਨੇ। ਇਹੋ ਜਿਹੇ ਪਸ਼ੂ ਜ਼ਿਆਦਾ ਪਰੇਸ਼ਾਨੀ ਜਿਹੜੀ ਹੈ ਬਣਾ ਰਹੇ ਨੇ। ਦੂਜੀ ਗੱਲ, ਉਹਨਾਂ ਨੇ ਪਹਿਲਾਂ ਹੀ ਮੋਦੀ ਸਾਹਿਬ ਨੇ ਕਿਹਾ ਕਿ ਜਿਹੜਾ ਪਸ਼ੂ ਦੁੱਧ ਨਹੀਂ ਦਿੰਦਾ ਉਹਦੇ ਗੋਬਰ ਤੋਂ ਆਮਦਨੀ ਦੇ ਜਿਹੜੇ ਢੰਗ ਤਰੀਕੇ ਨੇ, ਨੀਤੀਆਂ ਨੇ ਸਾਡੇ ਕੋਲ, ਅਸੀਂ ਉਹ ਵੀ ਚਲਾਵਾਂਗੇ ਯੂਪੀ ਦੇ ਵਿੱਚ। ਜੀ, ਮਤਲਬ ਗੋਬਰ ਤੋਂ ਕੀ ਚਲਾਉਣਗੇ? ਗੋਬਰ ਮਤਲਬ ਵੇਚਿਆ ਜਾਏਗਾ ਬਾਲਣ ਵਜੋਂ? ਗੋਬਰ ਤੋਂ ਕਿਸੇ ਵੀ ਤਰੀਕੇ ਦੀ ਆਮਦਨੀ ਦੇ ਬਾਰੇ ਉਹਨਾਂ ਨੇ ਨੀਤੀ ਤਾਂ ਨਹੀਂ ਉਹਨਾਂ ਨੇ ਦੱਸੀ ਕਿਹੜੀ ਉਹ ਲਾਗੂ ਕਰਨਗੇ, ਪਰ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਦੇ ਕੋਲ ਇਹੋ ਜਿਹਾ ਰੋਡ ਮੈਪ ਹੈ ਜਿਹਦੇ ਨਾਲ ਦੁਧਾਰੂ ਜਿਹੜਾ ਪਸ਼ੂ ਨਹੀਂ ਹੈ, ਜਿਹੜਾ ਦੁੱਧ ਨਹੀਂ ਦਿੰਦਾ, ਉਹਦੇ ਗੋਬਰ ਤੋਂ ਆਮ ਵਿਅਕਤੀ ਜਿਹੜੀ ਆਮਦਨੀ ਕਰ ਸਕਦਾ। ਜਦੋਂ ਸਰ ਇੱਕ ਮੈਂ ਕਹੂੰਗੀ ਇੱਕ ਪਸ਼ੂ ਤੋਂ ਜਦੋਂ ਦੁੱਧ ਤੋਂ ਆਮਦਨੀ ਦੇ ਪਾ ਰਿਹਾ ਔਰ ਗੋਬਰ ਤੋਂ ਜੇਕਰ ਉਹ ਆਮਦਨੀ ਦੇ ਰਿਹਾ ਤੇ ਇਹ ਅਵਾਰਾ ਪਸ਼ੂਆਂ ਦੀ ਜਿਹੜੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਸਕਦੀ ਹੈ। ਇਹ ਕਿਹੜੀਆਂ ਗੱਲਾਂ ਨੇ? ਇਸ ਵਿਗਿਆਨਕ ਦੌਰ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਬੇਤਰਕ ਗੱਲਾਂ ਸੁਣਨ ਨੂੰ ਆਉਂਦੀਆਂ ਨੇ ਤਾਂ ਹੈਰਾਨੀ ਹੁੰਦੀ ਹੈ। ਅੱਛਾ, ਤੁਸੀਂ ਬਾਲਣ ਦੀ ਗੱਲ ਕੀਤੀ ਹੈ ਤੇ ਕੀ ਬਾਲਣ ਦੇ ਵਿੱਚ ਆਪਾਂ ਜਿਹਨੂੰ ਪੰਜਾਬ 'ਚ ਪਾਥੀਆਂ ਕਹਿੰਦੇ ਆ, ਕੀ ਉਹ ਵਰਤੀਆਂ ਨਹੀਂ ਜਾਂਦੀਆਂ? ਮੇਰੀ ਗੱਲ ਸੁਣੋ, ਜ਼ਮਾਨਾ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ। ਘਰ ਦੇ ਵਿੱਚ ਹੁਣ ਜਿਹੜੀ ਹੈ ਰਸੋਈ ਗੈਸ ਜਿਹੜੀ ਆ ਉਹਦੇ ਤੇ ਹੀ ਤਕਰੀਬਨ ਖਾਣਾ ਬਣਦਾ ਹੈ। ਜਿਹੜੇ ਮਰਜ਼ੀ ਪਿੰਡ ਚਲੇ ਜਾਓ, ਜਿਹੜੇ ਮਰਜ਼ੀ ਘਰ 'ਚ ਚਲੇ ਜਾਓ, ਬਹੁਤ ਗਰੀਬ ਜਿਹੜੇ ਬਹੁਤ ਹੀ ਗਰੀਬ ਲੋਕ ਨੇ, ਹੋ ਸਕਦਾ ਉਹ ਪਾਥੀਆਂ ਬਾਲਦੇ ਹੋਣ ਔਰ ਜਾਂ ਫਿਰ ਲੱਕੜੀਆਂ ਤੋਂ ਕੰਮ ਲੈਂਦੇ ਹੋਣ, ਲੇਕਿਨ ਇਹ ਆਮਦਨ ਦਾ ਸਰੋਤ ਕਿਵੇਂ ਬਣ ਜੂਗਾ? ਜਾਂ ਤਾਂ ਇਹ ਹੋਵੇ ਨਾ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਮਤਲਬ ਬਾਲਣ ਹੈ ਉਹ ਗੈਸ ਨਹੀਂ ਹੈ, ਮਤਲਬ ਗੈਸ ਕਿਤੇ ਵੀ ਨਾ ਹੋਵੇ, ਤਾਂ ਫਿਰ ਤਾਂ ਸਮਝਿਆ ਜਾ ਸਕਦਾ ਕਿ ਪਾਥੀਆਂ ਦਾ ਵਪਾਰ ਹੋ ਸਕਦਾ ਹੈ ਜਾਂ ਉਹ ਤੋਂ ਪੈਸੇ ਕਮਾਏ ਜਾ ਸਕਦੇ ਨੇ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਇਸ ਨਾਲ ਗੋਬਰ ਗੈਸ ਜਿਹੜੀ ਹੈ ਉਹ ਬਣਾਈ ਜਾ ਸਕਦੀ ਹੈ, ਪਰ ਉਹਦੇ ਵਾਸਤੇ ਤੁਹਾਨੂੰ ਕੀ ਕਰਨਾ ਪਏਗਾ? ਉਹਦੇ ਵਾਸਤੇ ਤੁਹਾਨੂੰ ਲੋਕਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨਾ ਪਏਗਾ ਔਰ ਫਿਰ ਲੋਕਾਂ ਨੂੰ ਤੁਹਾਨੂੰ ਕਰਜ਼ ਮਤਲਬ ਵਿਆਜ ਮੁਕਤ ਕਰਜ਼ਾ ਦੇਣਾ ਪਏਗਾ, ਫਿਰ ਉਹਨਾਂ ਨੂੰ ਸਾਰੀ ਸਿਖਲਾਈ ਦੇਣੀ ਪਵੇਗੀ, ਫਿਰ ਉਹਦੇ ਵਿੱਚ ਇੰਜੀਨੀਅਰਸ ਵੀ ਇਨਵੋਲਡ ਨੇ, ਤਕਨੀਕ ਇਨਵੋਲਡ ਹੈਗੀ ਹੈ, ਔਰ ਉਹ ਗੋਬਰ ਗੈਸ
ਬਣਾਉਣ ਵਾਸਤੇ ਕਿੰਨੇ ਗੋਬਰ ਦੀ ਮਤਲਬ ਵਿਵਸਥਾ ਚਾਹੀਦੀ ਹੈ, ਕਿੰਨੇ ਟਨ ਗੋਬਰ ਚਾਹੀਦਾ, ਔਰ ਉਹਦੀ ਲਗਾਤਾਰਤਾ ਵਾਸਤੇ ਤੁਹਾਡੇ ਕੋਲੇ ਕੀ ਮਤਲਬ ਸਰੋਤ ਨੇ, ਇਹ ਸਾਰੀਆਂ ਗੱਲਾਂ ਹਵਾ 'ਚ ਨਹੀਂ ਮਤਲਬ ਹੁੰਦੀਆਂ ਵੀ ਸਿਰਫ ਕਹਿ ਦੇ ਨਾਲ ਕਿ ਗੋਬਰ ਐਂ ਤਾਂ ਮਤਲਬ ਬਹੁਤ ਸਾਰੀਆਂ ਗੱਲਾਂ ਪ੍ਰਧਾਨ ਮੰਤਰੀ ਨੇ ਕੀਤੀਆਂ ਨੇ ਕਿ ਜੀ ਚਾਹ ਵਾਲਾ ਵੀ ਜਿਹੜਾ ਹੈ ਉਹ ਆਪਣੀ ਮਤਲਬ ਰੋਟੀ ਕਮਾ ਸਕਦਾ, ਪਰ ਹਿੰਦੁਸਤਾਨ ਦੇ ਵਿੱਚ ਗੁਰਬਤ ਇੰਨੀ ਹੈ ਕਿ ਇੱਥੇ ਇਸ ਤਰ੍ਹਾਂ ਦੀ ਮਤਲਬ ਹਵਾਈ ਜਿਹੜੇ ਫਾਇਰ ਨੇ ਉਹ ਕਰ ਲਓ ਤੁਸੀਂ, ਲੋਕਾਂ ਨੂੰ ਇਸ ਤਰ੍ਹਾਂ ਦੇ ਸਬਜ਼ ਬਾਗ ਵਿਖਾ ਦਿਓ। ਹਵਾਈ ਫਾਇਰ ਦੀ ਆਪਾਂ ਤਾਂ ਗੱਲ ਕਰੀਏ ਜੇਕਰ ਮੋਦੀ ਸਾਹਿਬ ਨੇ ਕੀਤੇ ਵਾਅਦੇ ਪੂਰੇ ਨਾ ਕੀਤੇ ਹੋਣ। ਜੇਕਰ ਮੈਂ ਝਾਤ ਪਾਵਾਂ ਪਿਛਲੇ 7 ਸਾਲਾਂ ਤੋਂ ਤੇ ਸਾਡੇ ਮੁਲਕ ਦੇ ਵਿੱਚ ਬਹੁਤ ਚੇਂਜ ਆਇਆ, ਬਹੁਤ ਬਦਲਾਵ ਆਇਆ, ਲੋਕਾਂ ਦੇ ਵਿੱਚ ਜਾਗਰੂਕਤਾ ਆਈ ਹੈ। ਕਿਹੜਾ? ਇੰਟਰਨੈਟ ਤੱਕ ਦੀ ਫੈਸਿਲਿਟੀ ਜਿਹੜੀ ਕਿ ਪਿੰਡਾਂ ਦੇ ਵਿੱਚ ਲੋਕਾਂ ਦੇ ਕੋਲ ਨਹੀਂ ਸੀ, ਉਹ ਪਹੁੰਚੀ ਜਾ ਰਹੀ ਹੈ। ਦੂਜੀ ਚੀਜ਼, ਤੁਸੀਂ ਗੱਲ ਕਰਦੇ ਹੋ ਸਿਰਫ ਯੂਪੀ ਦੇ ਵਿੱਚ ਕਿ ਉੱਥੇ ਭਾਜਪਾ ਦੀ ਸਰਕਾਰ ਹੈ ਤੇ ਅਸੀਂ ਕਹਿੰਦੇ ਹਾਂ ਕਿ ਜੀ ਉਹਨਾਂ ਨੇ ਕੁਝ ਨਹੀਂ ਕੀਤਾ। ਠੀਕ ਹੈ ਜੀ, ਜੇ ਅਵਾਰਾ ਪਸ਼ੂਆਂ ਦੀ ਸਮੱਸਿਆ ਸਿਰਫ ਯੂਪੀ ਦੇ ਵਿੱਚ ਹੈ ਤੇ ਕੀ ਪੰਜਾਬ 'ਚ ਨਹੀਂ ਹੈਗੀ? ਪੰਜਾਬ 'ਚ ਕਿਹੜਾ ਭਾਜਪਾ ਦੀ ਸਰਕਾਰ ਹੈ? ਤੁਸੀਂ ਇਹ ਦੇਖੋ ਸਰ, ਮੇਰੀ ਗੱਲ ਸੁਣੋ ਪਹਿਲਾਂ ਤੁਸੀਂ, ਜੇਕਰ ਅਸੀਂ ਪੰਜਾਬ ਦੇ ਵਿੱਚ ਵੀ ਰਾਤ ਦੇ ਸਮੇਂ ਤੇਜ਼ ਵਾਹਨ ਦੇ ਉੱਤੇ ਜਾ ਰਹੇ ਹੋਵਾਂਗੇ ਨਾ, ਸਾਨੂੰ ਨਹੀਂ ਪਤਾ ਲੱਗੂਗਾ ਕਿਹੜਾ ਕਾਲਾ ਅਵਾਰਾ ਪਸ਼ੂ ਸਾਹਮਣੇ ਆ ਜਾਏ ਔਰ ਕਿੰਨੇ ਹਾਦਸੇ ਹੁੰਦੇ ਨੇ ਪੰਜਾਬ ਦੇ ਵਿੱਚ। ਕੀ ਪੰਜਾਬ ਦੇ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਕਾਂਗਰਸ ਪਾਰਟੀ ਫਿਰ ਕਿਉਂ ਨਹੀਂ ਹੱਲ ਕਰ ਰਹੀ? ਦੇਖੋ 5 ਸਾਲਾਂ ਦੇ ਵਿੱਚ ਇਸ ਸਮੱਸਿਆ ਨੂੰ ਜਿਹੜੀ ਕਿ ਇੰਨੀ ਵੱਡੀ ਹੋ ਗਈ ਹੈ ਉੱਤਰ ਪ੍ਰਦੇਸ਼ ਦੇ ਵਿੱਚ, ਉਸ ਨਾਲ ਨਜਿੱਠਣ ਵਾਸਤੇ ਕੀ ਕੀਤਾ? ਗਊਸ਼ਾਲਾਵਾਂ ਬਣਾਈਆਂ। ਉਹ ਕਹਿੰਦੇ ਬਣਾਈਆਂ ਤਾਂ ਹਨ ਮਤਲਬ, ਪਰ ਉਹਨਾਂ ਕੰਮ ਨਹੀਂ ਹੋ ਸਕਿਆ ਜਿੰਨਾ ਕੰਮ ਕਰਨਾ ਚਾਹੀਦਾ ਸੀ। ਤੁਸੀਂ ਜਾ ਕੇ ਦੇਖਿਆ? ਪਰ ਤੁਸੀਂ ਇੱਕ ਗੱਲ ਤਾਂ ਮੰਨਦੇ ਹੋ ਕਿ ਗਊਸ਼ਾਲਾ ਬਣੀਆਂ ਨੇ, ਤੁਸੀਂ ਇਹ ਗੱਲ ਮੰਨੋ। ਗਊਸ਼ਾਲਾਵਾਂ ਪੰਜਾਬ 'ਚ ਨਹੀਂ ਬਣੀਆਂ, ਗਊਸ਼ਾਲਾਵਾਂ ਹਰ ਥਾਵਾਂ ਤੇ ਪੰਜਾਬ ਦੇ ਵਿੱਚ ਮੈਂ ਇੱਕ ਗੱਲ ਕਹੂੰਗੀ, ਪੰਜਾਬ ਦੇ ਵਿੱਚ ਇੰਨੀਆਂ ਨਹੀਂ ਬਣੀਆਂ ਜਿੰਨੀਆਂ ਯੋਗੀ ਆਦਿੱਤਿਆਨਾਥ ਦੀ ਸਰਕਾਰ ਤੋਂ ਬਾਅਦ ਗਊਸ਼ਾਲਾ ਬਣੀਆਂ ਨੇ। ਚਲੋ ਇਹਨੂੰ ਛੱਡੋ, ਹੋਰ ਯੋਗੀ ਆਦਿੱਤਿਆਨਾਥ ਨੇ ਕੀ ਕੀਤਾ? ਯੋਗੀ ਆਦਿੱਤਿਆਨਾਥ ਗੁੰਡਾ ਰਾਜ ਕਿੰਨਾ ਖਤਮ ਹੋਇਆ। ਤੁਸੀਂ ਦੂਰ ਕੀ ਜਾਣਾ ਸਰ, 2007 ਦੀ ਮੇਰੇ ਨਾਲ ਗੱਲ ਕਰੋ। 2007 ਦੇ ਵਿੱਚ ਗੋਰਖਪੁਰ, ਲਖਨਊ ਦੇ ਵਿੱਚ ਕਿੰਨੇ ਬੰਬ ਧਮਾਕੇ ਹੋਏ ਸੀ? ਉਸ ਟਾਈਮ ਕਿਹੜੀ ਸਰਕਾਰ ਸੀ? ਇੱਕ ਮਿੰਟ ਮੇਰੀ ਗੱਲ ਸੁਣੋ, ਤੁਸੀਂ ਕਰਦੇ ਹੋ ਗੱਲ ਯੋਗੀ ਆਦਿੱਤਿਆਨਾਥ, ਇਹ ਕਹਿੰਦੇ ਨੇ ਨਾ ਕਿ ਅਖਿਲੇਸ਼ ਦੀ ਸਰਕਾਰ ਦੌਰਾਨ ਇਹ ਹੋਇਆ, ਉਹਨਾਂ ਨੇ ਅੱਤਵਾਦੀਆਂ ਦੀ ਪੁਸ਼ਤ ਪਨਾਹੀ ਕੀਤੀ, ਆਹ ਹੋਇਆ ਵਾਹ ਹੋਇਆ। ਉਹ ਨਾਓ ਦਾ ਜਿਹੜਾ ਬਲਾਤਕਾਰ ਹੈ, ਸਮੂਹਿਕ ਬਲਾਤਕਾਰ, ਉਹ ਕਿੱਥੇ ਵਾਪਰਿਆ? ਉਹ ਨਾਓ ਉੱਤਰ ਪ੍ਰਦੇਸ਼ 'ਚ ਹੀ ਹੈ ਨਾ। ਔਰ ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਆਦਿੱਤਿਆਨਾਥ ਨੇ ਕੋਈ ਰਾਮ ਰਾਜ ਨਹੀਂ ਲਿਆਂਦਾ। ਜਿਹੜੀਆਂ ਉਹ ਗੱਲਾਂ ਕਰਦੇ ਨੇ, ਦੰਗੇ ਹੁਣ ਨਹੀਂ ਹੁੰਦੇ, ਜਾਂ ਗਊ ਰੱਖਿਆ ਦੇ ਨਾਮ ਤੇ ਲੋਕਾਂ ਦੇ ਉੱਪਰ ਤਸ਼ੱਦਦ ਨਹੀਂ ਹੁੰਦਾ, ਜਾਂ ਇੱਕ ਫਿਰਕੇ ਦੇ ਘੱਟ ਗਿਣਤੀ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ, ਕਿ ਉੱਥੇ ਉਹਨਾਂ ਲੋਕਾਂ ਦੇ ਉੱਪਰ ਤਸ਼ੱਦਦ ਨਹੀਂ ਢਾਇਆ ਗਿਆ। ਇਹ ਸਾਰੀਆਂ ਗੱਲਾਂ ਹੋਈਆਂ ਨੇ। ਇੱਕ ਹੁਣ ਕੀ ਹੈ ਕਿ ਯੋਗੀ ਆਦਿੱਤਿਆਨਾਥ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੇ ਜੇਪੀ ਨੱਡਾ ਜੋ ਕਿ ਭਾਜਪਾ ਪ੍ਰਮੁੱਖ ਨੇ, ਉਹ ਇਹ ਸਾਰੀਆਂ ਗੱਲਾਂ ਕਰਦੇ ਨੇ। ਕੋਈ ਕਹਿੰਦਾ ਪਰਿਵਾਰਵਾਦ ਹੈ, ਕੋਈ ਕਹਿੰਦਾ ਕੁਛ ਹੈ, ਔਰ ਅਸਲ ਮੁੱਦੇ ਨੇ ਜਿਹੜੇ ਬੇਰੁਜ਼ਗਾਰੀ ਦਾ ਮੁੱਦਾ ਹੈ, ਗਰੀਬੀ ਦਾ ਮੁੱਦਾ ਹੈ, ਸਿੱਖਿਆ ਦਾ ਮੁੱਦਾ ਹੈ, ਸਿਹਤ ਸੇਵਾਵਾਂ ਦਾ ਮੁੱਦਾ ਹੈ। ਇਹਨਾਂ ਮੁੱਦਿਆਂ ਤੇ ਕੋਈ ਗੱਲ ਕਿਉਂ ਨਹੀਂ ਕਰ ਰਿਹਾ? ਠੀਕ ਹੈ, ਤੁਸੀਂ ਕਹਿੰਦੇ ਹੋ ਨਾ ਕਿ ਧਰਮ ਦੇ ਨਾਮ ਤੇ ਜਾਂ ਰਾਮ ਰਾਜ ਦੇ ਨਾਮ ਦੇ ਉੱਤੇ ਇਹ ਗੱਲ ਕਰ ਰਹੇ ਨੇ, ਤੇ ਗਜ਼ਵਾ-ਏ ਹਿੰਦ ਦੀ ਗੱਲ ਕੌਣ ਕਰਦਾ ਸੀ? ਗਜ਼ਵਾ-ਏ ਹਿੰਦ ਦੀ ਗੱਲ ਕੌਣ ਕਰਦਾ ਸੀ? ਤੁਸੀਂ ਇਸ ਗੱਲ ਦਾ ਜਵਾਬ ਦਿਓ ਜੀ। ਜਦੋਂ ਤੁਸੀਂ ਕਿਸੇ ਨੂੰ ਮਤਲਬ ਜ਼ਲੀਲ ਕਰਨ ਦੀ ਕੋਸ਼ਿਸ਼ ਕਰੋਗੇ, ਕਿਸੇ ਤੇ ਤਸ਼ੱਦਦ ਕਰਨ ਦੀ ਕੋਸ਼ਿਸ਼ ਕਰੋਗੇ, ਤਾਂ ਫਿਰ ਉਹ ਫਿਰਕਾ ਜਿਸ ਨੂੰ ਤੁਸੀਂ ਸ਼ਿਕਾਰ ਬਣਾਉਣ ਵਾਸਤੇ ਸਾਜ਼ਿਸ਼ਾਂ ਰਚੀਆਂ ਨੇ, ਉਹ ਫਿਰ ਕੋਈ ਨਾ ਕੋਈ ਤਾਂ ਐਲਾਨ ਕਰੇਗਾ ਹੀ ਨਾ। ਤੁਸੀਂ ਮੈਨੂੰ ਇੱਕ ਗੱਲ ਦਾ ਇੱਥੇ ਜਵਾਬ ਦਿਓ ਬਲਜੀਤ ਜੀ, ਆਪਾਂ ਭਾਜਪਾ ਦੀ ਕਿਸੇ ਦੀ ਫੇਵਰ ਕਰਨੀ ਹੈ, ਨਾ ਅਸੀਂ ਕਾਂਗਰਸ ਦੀ ਕਰਨੀ ਹੈ, ਨਾ ਅਸੀਂ ਕਿਸੇ ਹੋਰ ਦੀ ਕਰਨੀ ਹੈ, ਠੀਕ ਹੈ? ਅਸੀਂ ਸਿਰਫ ਆਮ ਜਨਤਾ ਦੀ ਇੱਥੇ ਗੱਲ ਕਰ ਰਹੇ। ਤੁਸੀਂ ਮੈਨੂੰ ਸਿਰਫ ਇੱਕ ਗੱਲ ਦਾ ਜਵਾਬ ਦਿਓ, ਸਾਡਾ ਦੇਸ਼ ਲੋਕਤਾਂਤਰਿਕ ਹੈ, ਇੱਥੇ ਸੰਵਿਧਾਨ ਦੀ ਚੱਲਣੀ ਚਾਹੀਦੀ ਹੈ ਜਾਂ ਫਿਰ ਇੱਥੇ ਧਰਮ ਦੀ ਜਾਂ ਸ਼ਰੀਆ ਦੀ ਚੱਲਣੀ ਚਾਹੀਦੀ ਹੈ? ਕਿਹਦੀ ਚੱਲਣੀ ਚਾਹੀਦੀ? ਧਰਮ ਦੇ ਨਾਮ ਤੇ ਕੌਣ ਬਣ ਰਿਹਾ? ਧਰਮ ਦੇ ਨਾਮ ਤੇ ਮੁਸਲਿਮ ਪਾਰਟੀਆਂ ਦੇ ਵੱਲੋਂ ਵੀ ਤਾਂ ਗਜ਼ਵਾ-ਏ ਹਿੰਦ ਦੀ ਗੱਲ ਕੀਤੀ ਗਈ। ਮੈਂ ਉਹੀ ਗੱਲ ਕਰਦਾ, ਤੁਸੀਂ ਗੱਲ ਨੂੰ ਸਮਝ ਨਹੀਂ ਰਹੇ। ਜਦ ਤੋਂ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ, ਉਸ ਤੋਂ ਬਾਅਦ ਹਿੰਦੁਸਤਾਨ ਦੀ ਸਥਿਤੀ ਕੀ ਹੋਈ ਹੈ? ਧਰਮ ਦੇ ਨਾਮ ਤੇ ਵੰਡੀਆਂ ਨਹੀਂ ਪਾਈਆਂ ਗਈਆਂ, ਹਿੰਦੂ ਮੁਸਲਿਮ ਦੀ ਗੱਲ ਨਹੀਂ ਕੀਤੀ ਗਈ। ਦਿੱਲੀ ਦੇ ਵਿੱਚ ਫਰਵਰੀ ਦੇ ਮਹੀਨੇ ਪਿਛਲੇ ਸਾਲ ਜਦੋਂ ਦੰਗੇ ਹੋਏ, ਉਦੋਂ ਜੋ ਜ਼ਹਿਰੀਲੇ ਨਾਅਰੇ ਉੱਥੇ ਲਾਏ ਗਏ, ਔਰ ਜਿਵੇਂ ਕਿ ਘੱਟ ਗਿਣਤੀ ਫਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ, ਔਰ ਔਰਤਾਂ ਦੇ ਉੱਪਰ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਗਏ ਕਿ ਜੇ ਆਏ ਹੋ ਗਿਆ ਤਾਂ ਅਸੀਂ ਆਹ ਕਰ ਦਿਆਂਗੇ, ਤੇ ਬੜਾ ਕੁਛ ਕਿਹਾ ਗਿਆ। ਘਰਾਂ 'ਚ ਵੜ ਕੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਔਰ ਸਾਰੇ ਬਾਜ਼ਾਰ ਕੀ ਗਲੀਆਂ ਬਾਜ਼ਾਰਾਂ ਦੇ ਵਿੱਚ ਉਹ ਨਾਅਰੇ ਬੁਲੰਦ ਕੀਤੇ ਗਏ ਜਿਹੜੇ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਸੁਣੇ ਗਏ। ਔਰ ਜਿਹੜੇ ਲੋਕ ਉਹ ਜ਼ਹਿਰ ਫੈਲਾਉਂਦੇ ਸੀ, ਉਹਨਾਂ ਦਾ ਕੱਖ ਨਹੀਂ ਵਿਗੜਿਆ, ਔਰ ਜਿਹੜੇ ਸੰਵਿਧਾਨਿਕ ਕਦਰਾਂ ਕੀਮਤਾਂ ਦਾ ਜਮਹੂਰੀਅਤ ਦੇ ਰਖਵਾਲੇ ਸਨ, ਉਹਨਾਂ ਨੂੰ ਚੱਕ ਕੇ ਤੁਸੀਂ ਜੇਲ੍ਹਾਂ 'ਚ ਸਿੱਟਤਾ। ਤੁਸੀਂ ਮੈਨੂੰ ਇੱਥੇ ਦੱਸੋ ਕਿ ਤੁਸੀਂ ਕਹਿ ਰਹੇ ਹੋ ਕਿ ਮੋਦੀ ਜੀ ਦੀ ਸਰਕਾਰ ਆਉਣ ਤੋਂ ਬਾਅਦ ਇਦਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ, ਧਰਮ ਦੇ ਨਾਂ ਤੇ ਰਾਜਨੀਤੀ ਹੋ ਰਹੀ, ਤੇ ਧਰਮ ਦੇ ਨਾਂ ਤੇ ਰਾਜਨੀਤੀ ਕੀ ਦੂਜੀਆਂ ਪਾਰਟੀਆਂ ਦੇ ਵੱਲੋਂ ਪਹਿਲਾਂ ਨਹੀਂ ਸੀ ਕੀਤੀ ਜਾਂਦੀ? ਕਿ ਪਹਿਲਾਂ ਹਿੰਦੂ ਮੁਸਲਮਾਨ ਦਾ ਕੋਈ ਵਿਵਾਦ ਹੈ ਹੀ ਨਹੀਂ ਸੀਗਾ, ਇਹ 2014 ਤੋਂ ਬਾਅਦ ਹੀ ਆਇਆ? ਬਿਲਕੁਲ ਬਿਲਕੁਲ, 2014 ਤੋਂ ਬਾਅਦ ਅਸਹਿਣਸ਼ੀਲਤਾ ਦਾ ਜੋ ਗ੍ਰਾਫ ਹੈ ਉਹ ਜਿਸ ਤਰ੍ਹਾਂ ਵਧਿਆ ਹੈ,
ਉਹ ਸਾਰੇ ਆਲਮ ਨੂੰ ਪਤਾ ਹੈ। ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਦੁਨੀਆ ਭਰ ਦੇ ਜਿਹੜੇ ਸੁਪ੍ਰਸਿੱਧ ਅਖਬਾਰ ਜਾਂ ਚੈਨਲ ਸੀ, ਉਹਨਾਂ ਨੇ ਸਾਡੇ ਦੇਸ਼ ਬਾਰੇ ਜਾਂ ਪ੍ਰਧਾਨ ਮੰਤਰੀ ਬਾਰੇ ਜਾਂ ਜਿਹੜੇ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਬਾਰੇ ਜਿਸ ਤਰ੍ਹਾਂ ਟਿੱਪਣੀਆਂ ਕੀਤੀਆਂ ਔਰ ਆਪਣੇ ਪ੍ਰਮੁੱਖ ਸਫ਼ਿਆਂ ਤੇ ਉਹਨਾਂ ਦੀਆਂ ਤਸਵੀਰਾਂ ਛਾਪ ਕੇ ਜਾਂ ਕੁਝ ਲਿਖਿਆ ਕਿ ਜਿਸ ਨੂੰ ਪੜ੍ਹ ਕੇ ਸਾਨੂੰ ਸ਼ਰਮ ਆਉਂਦੀ ਸੀ। ਬਲਜੀਤ ਸਰ, ਮੈਨੂੰ ਨਹੀਂ ਪਤਾ ਤੁਸੀਂ ਕਿੱਦਾਂ ਸੋਚਦੇ ਹੋ। ਗੁਜਰਾਤ ਦੇ ਵਿੱਚ ਦੰਗੇ ਨਹੀਂ ਹੋਏ? ਗੁਜਰਾਤ ਵਿੱਚ ਗੋਧਰਾ ਕਾਂਡ ਕੀ ਸੀਗਾ? ਉੱਥੇ ਕੀ ਹੋਇਆ? ਘੱਟ ਗਿਣਤੀ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਹਨਾਂ ਦਾ ਕਤਲੇਆਮ ਹੋਇਆ, ਇੱਕ MP ਦੇ ਪਰਿਵਾਰ ਨੂੰ ਤੇ ਉਸ ਨੂੰ ਕਤਲ ਕਰ ਦਿੱਤਾ ਗਿਆ। ਸਾਰੀਆਂ ਗੱਲਾਂ ਮਤਲਬ ਕਿਹਦੇ ਰਾਜ ਚ ਹੋਈਆਂ? ਤੁਸੀਂ, ਮੈਨੂੰ ਨਹੀਂ ਪਤਾ ਤੁਸੀਂ ਕਿੱਦਾਂ ਦੀ ਸੋਚ ਰੱਖੀ ਹੋਈ ਹੈ, ਜਾਂ ਤੁਸੀਂ ਅੱਜ ਕੱਲ ਕੀ ਪਿਛਲੇ ਜਦੋਂ ਦੇ ਇਲੈਕਸ਼ਨ ਹੋਏ ਨੇ ਤੁਸੀਂ ਇਹੋ ਜਿਹਾ ਕੀ ਖਾ ਲਿਆ ਹੈ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜਦੋਂ ਇੱਕ ਕੋਈ ਵਿਅਕਤੀ ਹੋਵੇ, ਠੀਕ, ਜਿਹੜਾ ਆਪਣੇ ਰਾਜ ਦੇ ਵਿੱਚ ਬਹੁਤ ਵਾਰ ਕਈ ਥਾਵਾਂ ਤੋਂ ਜਿੱਤਿਆ ਹੋਵੇ, MP ਰਿਹਾ ਹੋਵੇ, ਉਹਦੀ ਕੋਈ ਤੇ ਵਿਅਕਤੀ ਤੱਤਵ ਉਹਦਾ ਇਹੋ ਜਿਹਾ ਪ੍ਰਭਾਵਸ਼ਾਲੀ ਹੋਊਗਾ। ਯੋਗੀ ਆਦਿੱਤਿਆਨਾਥ ਦੀ ਗੱਲ ਕਰਦੇ ਆ, 5 ਵਾਰ ਗੋਰਖਪੁਰ ਦੇ MP ਰਹਿ ਚੁੱਕੇ ਨੇ, ਕੋਈ ਤਾਂ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ ਕਿ ਜਨਤਾ ਹੀ ਉਹਨਾਂ ਨੂੰ ਵਾਰ-ਵਾਰ ਕਿਉਂ ਜਿਤਾ ਰਹੀ ਹੈ। ਦੇਖੋ ਬਹੁਤ ਸਾਰੇ ਕ੍ਰਿਮੀਨਲ ਉਹਨਾਂ ਨੇ, ਇੱਕ ਮਿੰਟ ਸਰ, ਉਹਨਾਂ ਨੇ ਆਪਣੇ ਵਾਰ ਦੇ ਵਿੱਚ, ਮਥੁਰਾ ਦੇ ਵਿੱਚ, ਪ੍ਰਯਾਗਪੁਰ ਦੇ ਵਿੱਚ, ਵਾਰਾਣਸੀ ਦੇ ਵਿੱਚ, ਚਿੱਤਰਕੂਟ ਦੇ ਵਿੱਚ ਕਿੰਨਾ ਨਵੀਨੀਕਰਨ ਕੀਤਾ? ਤੁਸੀਂ ਮੈਨੂੰ ਪੁੱਛਿਆ ਸੀ ਨਾ ਉਹਨਾਂ ਨੇ ਕੀ ਕੀਤਾ? ਇੱਕ ਗੱਲ ਦੱਸੋ, ਇਹ ਕੋਈ ਕ੍ਰਾਈਟੇਰੀਆ ਨਹੀਂ ਹੁੰਦਾ। ਮੈਂ ਤੁਹਾਨੂੰ ਅਜਿਹੇ ਬਹੁਤ ਸਾਰੇ ਅਪਰਾਧੀ ਗਿਣਾ ਸਕਦਾ ਕਿ ਜਿਹੜੇ 5 ਵਾਰੀ ਤੋਂ ਵੱਧ ਜਿੱਤੇ ਹੋਣਗੇ। ਤੇ ਇਸ ਮੁਲਕ ਦੇ ਵਿੱਚ ਜਿਸ ਤਰ੍ਹਾਂ ਦਾ ਅੰਧ ਵਿਸ਼ਵਾਸ ਤੇ ਅਨਪੜ੍ਹਤਾ ਹੈ, ਲੋਕਾਂ ਨੂੰ ਗੁੰਮਰਾਹ ਕਰਨਾ ਬੜਾ ਸੌਖਾ ਹੈ, ਵੰਡੀਆਂ ਪਾਉਣੀਆਂ ਬੜੀਆਂ ਸੌਖੀਆਂ, ਧਰਮ ਦੇ ਨਾਂ ਤੇ ਗੁੰਮਰਾਹ ਕਰਨਾ ਬੜਾ ਸੌਖਾ ਹੈ, ਤਾਂ ਲੋਕ ਜਜ਼ਬਾਤੀ ਹੋ ਕੇ ਵੋਟਾਂ ਪਾ ਦਿੰਦੇ ਨੇ। ਪਰ ਤੁਸੀਂ ਵੇਖਿਓ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਸਾਡੇ ਵਾਸਤੇ ਚੰਗਾ ਨਹੀਂ ਹੈ, ਕਿਉਂਕਿ ਜਦੋਂ ਤੁਸੀਂ ਲੋਕਾਂ ਨੂੰ ਧਰਮ ਦੇ ਨਾਮ ਤੇ ਵੰਡਦੇ ਹੋ, ਉਦੋਂ ਦੇਸ਼ ਦੀ ਸੁਰੱਖਿਆ, ਅੰਦਰੂਨੀ ਜਿਹੜੀ ਸੁਰੱਖਿਆ ਉਹ ਖਤਰੇ 'ਚ ਪੈਂਦੀ ਹੈ। ਔਰ ਜਿਸ ਤਰ੍ਹਾਂ ਇਸ ਥੋੜ੍ਹੇ ਜਿਹੇ ਸਮੇਂ ਵਿੱਚ ਦੇਸ਼ ਦੇ ਬੁੱਧੀਜੀਵੀਆਂ, ਚਿੰਤਕਾਂ, ਪੱਤਰਕਾਰਾਂ ਉੱਪਰ ਹਮਲੇ ਹੋਏ ਔਰ ਜਿਸ ਤਰ੍ਹਾਂ ਜੇਲ੍ਹਾਂ 'ਚ ਉਹਨਾਂ ਨੂੰ ਡੱਕਿਆ ਗਿਆ, ਤੇ ਜਿਵੇਂ ਉਹਨਾਂ ਦੀ ਜਿਹੜੀ ਆਜ਼ਾਦੀ ਹੈ, ਉਹਨਾਂ ਦੀ ਜ਼ਾਤੀ ਆਜ਼ਾਦੀ ਹੈ, ਮੌਲਿਕ ਆਜ਼ਾਦੀ ਹੈ, ਉਸ ਨੂੰ ਜਿਵੇਂ ਤਬਾਹੋ ਬਰਬਾਦ ਕਰਨ ਦੇ ਮਨਸੂਬੇ ਘੜੇ ਗਏ। ਔਰ ਜਿਸ ਤਰ੍ਹਾਂ ਇਹ ਜਿਹੇ ਕਾਨੂੰਨ ਲਿਆਂਦੇ ਜਿਹੜੇ ਕਿ ਲੋਕ ਪੱਖੀ ਨਹੀਂ ਹਨ, ਉਹ ਹੁਣੀ ਆਏ ਨੇ ਨਾ, ਉਹ ਪਹਿਲਾਂ ਤਾਂ ਨਹੀਂ ਸੀ ਨਾ। ਪਹਿਲਾਂ ਕਦੇ CAA ਦਾ ਜ਼ਿਕਰ ਹੋਇਆ? ਤੁਸੀਂ ਮੈਨੂੰ ਇੱਥੇ ਇੱਕ ਗੱਲ ਇੱਥੇ ਦੱਸੋ, ਯੂਪੀ ਦੇ ਵਿੱਚ 6 ਗੇੜ ਦੀਆਂ ਜਿਹੜੀਆਂ ਚੋਣਾਂ ਨੇ ਸੰਪੰਨ ਹੋ ਚੁੱਕੀਆਂ ਨੇ। ਮੈਨੂੰ ਇਹ ਦੱਸੋ, ਭਾਜਪਾ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਨੇ ਜਿਹੜੇ ਬੰਬ ਧਮਾਕੇ ਹੋਏ ਸਨ 2007 ਦੇ ਵਿੱਚ, ਉਹਦੇ ਮੁਲਜ਼ਮਾਂ ਨੂੰ ਔਰ ਜਿਹੜਾ ਮੁੱਦਾ ਸੀਗਾ ਉਹ ਮੁਲਜ਼ਮਾਂ ਨੂੰ ਛਡਾਉਣ ਦੇ ਵਿੱਚ ਕਾਫੀ ਇਹਨਾਂ ਨੇ ਹੈਲਪ ਕੀਤੀ ਹੈ, ਔਰ ਜਨਤਾ ਦੇ ਨਾਲ ਕਿੰਨਾ ਵੱਡਾ ਧੱਕਾ ਹੈ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਮੇਰੀ ਗੱਲ ਸੁਣੋ, ਜਿਸ ਗੱਲ ਦੀ ਤਫਸੀਲ ਨਹੀਂ ਪਤਾ ਹੁੰਦੀ ਉਸ ਤੇ ਬੈਸਣ ਦੀ ਵੈਸੇ ਜ਼ਰੂਰਤ ਨਹੀਂ ਹੁੰਦੀ। ਪਰ ਇਹ ਤੁਸੀਂ ਕਹਿ ਰਹੇ ਹੋ, ਤੇ ਅਖਿਲੇਸ਼ ਯਾਦਵ ਕੀ ਕਹਿੰਦੇ ਨੇ? ਉਹਨਾਂ ਦਾ ਬਿਆਨ ਇਹ ਸੀਗਾ ਕਿ ਕਿਸੇ ਨੂੰ ਵੈਸੇ ਫੜ ਕੇ ਕਿਸੇ ਤੇ ਕੋਈ ਇਲਜ਼ਾਮ ਲਾ ਕੇ ਕਿਸੇ ਨੂੰ ਅੰਦਰ ਕਰ ਦੇਣਾ। ਕਈ ਫਿਰਕੇ ਨੇ ਜਿਹੜੇ ਉੱਤਰ ਪ੍ਰਦੇਸ਼ ਦੇ ਵਿੱਚ ਰਹਿੰਦੇ ਅਮਨ ਅਮਾਨ ਨਾਲ, ਉਹਨਾਂ 'ਚ ਇੱਕ ਤਰ੍ਹਾਂ ਨਾਲ ਅਸੰਤੋਸ਼ ਪੈਦਾ ਕਰਨ ਵਾਲੀ ਗੱਲ ਹੁੰਦੀ ਹੈ। ਔਰ ਕੀ ਉਹ ਲੋਕ ਜਿਹੜੇ ਹੋਰ ਬੰਬ ਧਮਾਕਿਆਂ 'ਚ ਜ਼ਿੰਮੇਵਾਰ ਸੀ ਔਰ ਜਿਹੜੇ ਭਗਵਾ ਧਾਰੀ ਸੀ, ਜਿਨ੍ਹਾਂ ਦੇ ਉੱਪਰ ਕਈ ਤਰ੍ਹਾਂ ਦੇ ਸੰਗੀਨ ਅਪਰਾਧ ਮਤਲਬ ਆਇਦ ਕੀਤੇ ਗਏ ਸੀ ਕਿ ਵੀ ਇਹਨਾਂ ਨੇ ਆਹ ਕੰਮ ਕੀਤੇ ਨੇ, ਬੰਬ ਧਮਾਕਿਆਂ 'ਚ ਵੀ ਸ਼ੁਮਾਰ ਹੋਏ ਨੇ, ਉਹ ਬੰਦੇ ਵੀ ਛੱਡ ਦਿੱਤੇ ਗਏ। ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਦੇ ਆਪਣੇ ਸਿਆਸੀ ਮੁਫਾਦ ਹੁੰਦੇ ਨੇ, ਉਹ ਭਾਵੇਂ ਅਖਿਲੇਸ਼ ਯਾਦਵ ਹੈ, ਉਹ ਭਾਵੇਂ ਯੋਗੀ ਆਦਿੱਤਿਆਨਾਥ ਹੈ ਜਾਂ ਪ੍ਰਧਾਨ ਮੰਤਰੀ ਮੋਦੀ ਨੇ। ਜਦੋਂ ਗੁਜਰਾਤ ਦੇ ਵਿੱਚ ਦੰਗੇ ਹੋਏ, ਉਹਨਾਂ ਦੰਗਿਆਂ ਦੇ ਦੌਰਾਨ ਕੀ ਹੋਇਆ ਤੁਹਾਨੂੰ ਪਤਾ ਨਾ, ਕਿਹੜੇ ਫਿਰਕੇ ਨਾਲ ਬੇਇਨਸਾਫੀ ਹੋਈ ਔਰ ਕਿਹੜੇ ਬੰਦਿਆਂ। ਠੀਕ ਹੈ, ਤੁਸੀਂ ਬਾਰ-ਬਾਰ ਇੱਕ ਗੱਲ ਰਿਪੀਟ ਕਰਦੇ ਪਿਓ ਸਰ ਕਿ ਫਿਰਕਿਆਂ ਦੇ ਨਾਲ ਬੇਇਨਸਾਫੀ ਹੋਈ, ਧਰਮ ਦੀ ਰਾਜਨੀਤੀ, ਇਹ 2-3 ਸ਼ਬਦਾਂ ਦਾ ਤੁਸੀਂ ਬਹੁਤ ਵਾਰ ਪ੍ਰਯੋਗ ਕੀਤਾ। ਠੀਕ ਹੈ, ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਸਕਦੀ ਜੇਕਰ ਤੁਸੀਂ ਮੈਨੂੰ ਮੇਰੀ ਅਗਲੀ ਗੱਲ ਤੇ ਮਨਵਾ ਲਓ। ਅਗਲੀ ਗੱਲ ਇਹ ਹੈ, ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਭਾਜਪਾ ਦੇ ਵੱਲੋਂ ਸਿਰਫ ਧਰਮ ਦੀ ਰਾਜਨੀਤੀ, ਰਾਮ ਦੇ ਨਾਂ ਤੇ ਰਾਜਨੀਤੀ ਕੀਤੀ ਜਾ ਰਹੀ ਹੈ, ਹਿੰਦੂਆਂ ਦੀ ਫੇਵਰ ਕੀਤੀ ਜਾ ਰਹੀ ਹੈ, ਬਾਕੀ ਫਿਰਕਿਆਂ ਦੇ ਨਾਲ ਜਿਹੜਾ ਹੈ ਵਿਤਕਰਾ ਕੀਤਾ ਜਾ ਰਿਹਾ, ਤੇ ਜਿਹੜੇ 3 ਤਲਾਕ ਵਿਰੋਧੀ ਕਾਨੂੰਨ ਮੋਦੀ ਸਰਕਾਰ ਨੇ ਲਾਗੂ ਕੀਤੇ, ਉਹ ਕਿਹੜੀਆਂ ਬੇਟੀਆਂ ਲਈ ਕੀਤੇ ਸਨ? ਉਹ ਵੀ ਤਾਂ ਮੁਸਲਿਮ ਬੇਟੀਆਂ ਲਈ ਕੀਤੇ ਸਨ। ਮੁਸਲਿਮ ਬੇਟੀਆਂ ਲਈ ਕੀਤੇ ਸਨ, ਪਰ ਗੱਲ ਇਹ ਹੈ ਉਹ ਵੀ ਇੱਕ ਧਰਮ ਦੇ ਜਿਹੜੇ ਅਨੁਸ਼ਾਸਨ ਦੇ ਅੰਦਰ ਦਖਲ ਅੰਦਾਜ਼ੀ ਮੈਂ ਸਮਝਦਾ। ਉਹ ਕਾਰਨ ਕੀ ਨਹੀਂ, ਦਖਲ ਅੰਦਾਜ਼ੀ ਨਹੀਂ ਹੈ। ਬਹੁਤ ਸਾਰੇ ਮੁਸਲਿਮ ਵਰਗ ਨੇ ਜਿਹੜੇ ਉਹ ਸਮਝਦੇ ਨੇ ਕਿ ਸਾਰੀ ਮਤਲਬ ਮੁਸਲਿਮ ਆਬਾਦੀ ਹੈ ਜਿਹੜੀ ਉਹਨਾਂ ਜਿਹੜੇ 3 ਤਲਾਕ ਦੇ ਸੰਬੰਧ ਵਿੱਚ ਬਣਾਇਆ ਹੋਇਆ ਕਾਨੂੰਨ ਉਹਦੇ ਫੇਵਰ 'ਚ ਨਹੀਂ ਹਨ, ਕਿਉਂਕਿ ਸ਼ਰਅ ਦੇ ਮੁਤਾਬਕ ਸੋਚਣ ਦਾ ਢੰਗ ਹੋਰ ਹੈ, ਉਹਨਾਂ ਦੇ ਆਪਣੇ ਵੱਖਰੇ ਨਿਯਮ ਨੇ। ਔਰ ਇੱਕ ਹੋਰ ਮੈਂ ਤੁਹਾਨੂੰ ਦੱਸਾਂ ਕਿ 3 ਤਲਾਕ ਦੇ ਸੰਬੰਧ ਵਿੱਚ ਪਾਸ ਕੀਤਾ ਗਿਆ ਕਾਨੂੰਨ, ਇਹਨੂੰ ਤੁਸੀਂ ਪ੍ਰਾਪਤੀ ਸਮਝਦੇ ਹੋ? ਚਲੋ ਮੰਨ ਲਿਆ ਕਿ ਇਹ ਬਹੁਤ ਵੱਡੀ ਪ੍ਰਾਪਤੀ ਮੰਨ ਲਿਆ, ਬਹੁਤ ਵੱਡੀ ਪ੍ਰਾਪਤੀ। 3 ਕਾਲੇ ਖੇਤੀ ਕਾਨੂੰਨ ਬਹੁਤ ਵੱਡੀ ਪ੍ਰਾਪਤੀ ਹੈ। GST ਨੂੰ ਬਿਨਾਂ ਯੋਜਨਾਬੰਦੀ ਦੇ ਲਾਗੂ ਕਰਨਾ ਬਹੁਤ ਵੱਡੀ ਪ੍ਰਾਪਤੀ ਹੈ। ਨੋਟਬੰਦੀ
ਯਕਦਮ ਕਰ ਦੇਣੀ ਬਹੁਤ ਵੱਡੀ ਪ੍ਰਾਪਤੀ। ਉਹਦਾ ਹਾਸਲ ਕੀ ਹੋਇਆ? ਕਿੰਨਾ ਕਾਲਾ ਧਨ ਵਾਪਸ ਲਿਆਂਦਾ। ਠੀਕ, ਤੁਸੀਂ ਜਦੋਂ ਆਲਮੀ ਆਪਦਾ ਦੇ ਵਿੱਚ ਸਾਰੀ ਦੁਨੀਆ ਮਤਲਬ ਤਰਾਹੀ ਕਰ ਰਹੀ, ਮੇਰੀ ਗੱਲ ਸੁਣ ਲਓ ਪਹਿਲਾਂ, ਤਾਂ ਉਸ ਵੇਲੇ ਇਸ ਆਧੁਨਿਕ ਯੁੱਗ ਜਿਹੜਾ ਵਿਗਿਆਨਕ ਯੁੱਗ ਹੈ ਉਹਦੇ ਵਿੱਚ ਤੁਸੀਂ ਲੋਕਾਂ ਨੂੰ ਥਾਲੀਆਂ ਖੜਕਾਉਣ ਵਾਸਤੇ ਕਹਿ ਰਹੇ ਹੋ, ਇਹ ਕਿਸ ਤਰ੍ਹਾਂ ਦੀ ਵਿਚਾਰਧਾਰਾ ਹੈ? ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਥਾਲੀਆਂ ਖੜਕਾਣਾ ਕਰੋਨਾ ਨੂੰ ਦੜਾਉਣ ਦੀ ਨੀਤੀ ਨਹੀਂ ਸੀਗੀ। ਪਹਿਲੀ ਗੱਲ ਏਕਤਾ ਸੀ, ਠੀਕ ਹੈ, ਆਪਸ ਦੇ ਵਿੱਚ ਯੂਨਿਟੀ ਸੀ। ਔਰ ਦੇਖੋ ਅਸੀਂ ਬਹੁਤ ਇਮੋਸ਼ਨਲ ਲੋਕ, ਤੁਹਾਨੂੰ ਇਹ ਡਰ ਕਿਉਂ ਲੱਗਦਾ ਕਿ ਯੂਨਿਟੀ ਨਹੀਂ? ਅਸੀਂ ਇਮੋਸ਼ਨਲ ਲੋਕ, ਤੁਹਾਨੂੰ ਇਹ ਡਰ ਕਿਉਂ ਲੱਗਦਾ ਹੈ? ਤੁਹਾਨੂੰ ਇਹ ਡਰ ਕਿਉਂ ਲੱਗਦਾ ਕਿ ਯੂਨਿਟੀ ਨਹੀਂ? ਇਹਦੇ ਵਿੱਚ ਡਰ ਵਾਲੀ ਗੱਲ ਨਹੀਂ। ਤੁਹਾਨੂੰ ਕਿਉਂ ਡਰ ਲੱਗਦਾ ਕਿ ਯੂਨਿਟੀ ਨਹੀਂ? ਹਿੰਦੁਸਤਾਨ ਬਿਲਕੁਲ ਇੱਕ ਹੈ। ਹਿੰਦੁਸਤਾਨ 'ਚ ਕਿਸੇ ਦੀ ਕਿਸੇ ਨਾਲ ਲੜਾਈ ਨਹੀਂ। ਪਰ ਜਦੋਂ ਕੋਈ ਦੁੱਖ ਤਕਲੀਫ ਆਉਂਦੀ ਹੈ ਤੇ ਅਸੀਂ ਇੱਕ ਦੂਜੇ ਨੂੰ ਦਿਖਾਉਂਦੇ, ਜਦੋਂ ਦੁੱਖ ਤਕਲੀਫ ਆਉਂਦੀ ਹੈ ਅਸੀਂ ਇੱਕ ਦੂਜੇ ਨੂੰ ਦਿਖਾਉਂਦੇ ਤਾਂ ਨਾ ਅਸੀਂ ਇਕੱਠੇ ਆ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਨੋਟਬੰਦੀ ਦੀ ਗੱਲ ਖੜਕਾਉਣ ਨਾਲ ਹੁੰਦੀ ਹੈ? ਤੁਸੀਂ ਨੋਟਬੰਦੀ ਦਾ ਮੁਜ਼ਾਹਰਾ ਕਰਨ ਵਾਸਤੇ ਥਾਲੀਆਂ ਖੜਕਾਉਣੀਆਂ ਜ਼ਰੂਰੀ ਹੈ? ਮੇਰੀ ਗੱਲ ਸੁਣੋ, ਹਿੰਦੁਸਤਾਨ ਇੱਕ ਹੈ, ਅਲੱਗ-ਅਲੱਗ ਤਰ੍ਹਾਂ ਦੇ ਫਿਰਕੇ ਨੇ, ਅਲੱਗ-ਅਲੱਗ ਤਰ੍ਹਾਂ ਦਾ ਸੱਭਿਆਚਾਰ ਹੈ। ਕੋਈ ਵੀ ਲੜਕੀ, ਕੋਈ ਵੀ ਔਰਤ, ਕੋਈ ਵੀ ਬੱਚੀ, ਉਹਦਾ ਪਤੀ ਉਹਨੂੰ 3 ਵਾਰ ਤਲਾਕ ਬੋਲ ਕੇ ਛੱਡ ਦਿੰਦਾ, ਤੁਸੀਂ ਕਦੇ ਸੋਚਿਆ ਕਿੱਥੇ ਤੱਕ ਦੀ ਮਾਨਸਿਕਤਾ ਉਸ ਔਰਤ ਦੇ ਨਾਲ, ਉਹ ਕਿੰਨੀ ਪੀੜਿਤ ਹੁੰਦੀ ਹੋਊਗੀ ਅੰਦਰੂਨੀ? ਔਰ ਮੋਦੀ ਜੀ ਨੇ ਆਪ ਕਿਹਾ ਕਿ ਮੇਰਾ ਪਰਿਵਾਰ ਨਹੀਂ ਹੈ ਪਰ ਮੈਂ ਪਰਿਵਾਰਾਂ ਦੇ ਦੁੱਖ ਨੂੰ ਜਾਣਦਾ। ਜਦੋਂ ਇੱਕ ਔਰਤ ਇੱਕ ਛੋਟੇ ਛੋਟੇ ਬੱਚੇ ਲੈ ਕੇ ਆਪਣੇ ਪਿਤਾ ਦੇ ਘਰ ਵਾਪਸ ਜਾਂਦੀ ਹੈ, ਕੀ ਬੀਤਦੀ ਹੈ ਉਸਦੇ ਉੱਤੇ? ਔਰ ਕਿੰਨੇ ਸਾਲ ਪਹਿਲਾਂ ਤੁਹਾਨੂੰ ਆਪ ਨੂੰ ਯਾਦ ਹੋਏਗਾ 85-86 ਦੇ ਸਮੇਂ ਦੇ ਵਿੱਚ ਇੱਕ ਫਿਲਮ ਆਈ ਸੀ, ਮੈਨੂੰ ਯਾਦ ਨਹੀਂ ਉਹ ਅਦਾਕਾਰਾ ਦਾ ਨਾਮ, ਔਰ ਉਹ ਗਾਇਕ ਵੀ ਨੇ, ਉਹਨਾਂ ਨੇ 3 ਤਲਾਕ ਦੇ ਉੱਤੇ ਇੱਕ ਫਿਲਮ ਬਣਾਈ ਸੀ। ਤਦ ਵੀ ਉਸ ਫਿਲਮ ਨੂੰ ਦੇਖਣ ਤੋਂ ਬਾਅਦ ਲੋਕਾਂ 'ਚ ਜਾਗਰੂਕਤਾ ਨਹੀਂ ਸੀ ਆਈ ਕਿ ਇਹ ਜਿਹੜਾ ਮੁਸਲਿਮ ਸਮਾਜ ਹੈ ਇਹਦੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਔਰ 35 ਸਾਲ ਬਾਅਦ 3 ਤਲਾਕ ਵਿਰੋਧੀ ਕਾਨੂੰਨ ਮੋਦੀ ਜੀ ਨੇ ਪਾਸ ਕਰਕੇ ਔਰਤਾਂ ਦੇ ਹੱਕ ਦੀ ਗੱਲ ਕੀਤੀ ਹੈ। ਤੁਸੀਂ ਇਹਨੂੰ ਕਿੱਦਾਂ ਕਹਿ ਸਕਦੇ ਹੋ ਕਿ ਗਲਤ ਹੈ? ਮੇਰੀ ਗੱਲ ਸੁਣੋ, ਉਹ ਤਾਂ 3 ਤਲਾਕ ਠੀਕ ਹੈ, ਉਹਨੇ ਤਲਾਕ ਕਹਿਤਾ ਤੇ ਤਲਾਕ ਹੋ ਗਿਆ, ਠੀਕ ਹੈ। 3 ਵਾਰੀ ਉਹਨੇ ਤਲਾਕ ਕਿਹਾ ਤੇ ਤਲਾਕ ਮੰਨ ਲਿਆ ਗਿਆ ਕਿ ਉਸ ਤੋਂ ਅਲੱਗ ਹੈ। ਤੇ ਕੀ ਵੈਸੇ ਬਾਕੀ ਫਿਰਕਿਆਂ 'ਚ ਤਲਾਕ ਨਹੀਂ ਹੁੰਦੇ? ਸਾਡੇ ਆਪਣੇ ਕੀ ਭੰਗ ਭੁਜਦੀ ਹੈ? ਸਾਡੇ 'ਚ ਕੀ ਹੁੰਦੇ? ਹਿੰਦੂਆਂ 'ਚ ਕੀ ਹੁੰਦਾ? ਸਿੱਖਾਂ 'ਚ ਕੀ ਹੁੰਦਾ? ਬਾਕੀਆਂ 'ਚ ਕੀ ਹੁੰਦਾ? ਗੱਲ ਇਹ ਹੈ ਕਿ ਇੱਥੇ ਤਾਂ ਹੋਰ ਤਰ੍ਹਾਂ ਦਾ ਵਿਚਾਰ ਹੈ। ਇੱਥੇ ਪਹਿਲਾਂ ਤਾਂ ਦਾਜ ਦੀ ਗੰਦੀ ਪ੍ਰਥਾ ਹੈ, ਠੀਕ ਹੈ। ਜਿਹੜਾ ਦੁਲਹਾ ਹੈ ਉਹ ਵੀ ਖਰੀਦਿਆ ਜਾਂਦਾ, ਔਰ ਦੁਲਹਨ ਵਾਲੇ ਜਿਹੜੇ ਹੁੰਦੇ ਨੇ ਉਹ ਮਾਲਦਾਰ ਮਤਲਬ ਦੁੱਲੇ ਲੱਭਦੇ ਨੇ। ਕੋਈ ਸੋਚਦਾ ਵੀ ਬਾਹਰੋਂ ਆ ਜਾਏ ਇੰਗਲੈਂਡ ਤੋਂ, ਉਹ ਆਪਣੀਆਂ ਕੁੜੀਆਂ ਨਾਲ ਤੋਰਨ ਦੇ ਵਿੱਚ ਕੋਈ ਮਤਲਬ ਸ਼ਰਮ ਮਹਿਸੂਸ ਨਹੀਂ ਕਰਦੇ ਕਿ ਜਾਓ ਘੁੰਮ ਫਿਰ ਆਓ, ਹੁਣ ਤਾਂ ਜ਼ਮਾਨਾ ਬਦਲ ਗਿਆ। ਔਰ ਫਿਰ ਘੁੰਮ ਫਿਰ ਆਉਂਦਾ, ਮੁੜ ਕੇ ਉਹ ਜਹਾਜ਼ ਚੜ੍ਹਦਾ ਤੇ ਮੁੜ ਕੇ ਉੱਥੇ ਚਲਾ ਜਾਂਦਾ। 7000 ਤੋਂ ਵੱਧ ਔਰਤਾਂ ਇੱਥੇ ਬੱਚੀਆਂ ਬੈਠੀਆਂ ਨੇ ਜਿਨ੍ਹਾਂ ਦੇ ਮਤਲਬ ਖਾਵੰਦ ਜਿਹੜੇ ਇੱਥੇ ਵਿਆਹ ਕਰਵਾ ਕੇ ਬਾਹਰ ਨੂੰ ਭੱਜ ਗਏ ਨੇ। ਠੀਕ ਹੈ, ਜੇਕਰ ਅਸੀਂ ਹਰ ਸਮਾਜ ਵਿੱਚ ਨਜ਼ਰ ਮਾਰੀਏ, ਤਲਾਕ ਕੋਈ ਮਾੜੀ ਗੱਲ ਨਹੀਂ ਹੈ ਜੇ ਤੁਹਾਡੀ ਨਹੀਂ ਨਿਭਦੀ। ਜੇ ਤੁਸੀਂ ਇੱਕ ਦੂਜੇ ਨੂੰ ਉਹ ਇਹ ਥੋੜੀ ਹੈ ਵੀ ਸਾਰੀ ਉਮਰ ਜਨਾਨੀ ਇੱਕ ਦੀ ਚਿੱਤਰ ਖਾਈ ਜਾਵੇ, ਜੇ ਬੰਦਾ ਚਿੱਤਰ ਮਾਰੀ ਜਾਵੇ ਜਾਂ ਬੰਦਾ ਮਤਲਬ ਪੀੜਤ ਹੋਈ ਜਾਵੇ, ਤਾਂ ਉਸ ਤੋਂ ਬਿਹਤਰ ਨਹੀਂ ਕਿ ਰਸਤੇ ਅਲੱਗ-ਅਲੱਗ ਕਰ ਲਏ ਜਾਣ। ਪਰ ਇੱਥੇ ਕੀ ਨਹੀਂ ਹੁੰਦਾ, ਬਾਕੀ ਧਰਮਾਂ 'ਚ ਕੀ ਨਹੀਂ ਹੁੰਦਾ? ਉਹ ਤਾਂ ਤਲਾਕ ਕਹਿਤਾ ਤੇ ਇੱਥੇ ਤਾਂ ਵੈਸੇ ਅਗਲੇ ਬਾਹਰ ਫੜ ਕੇ ਕਹਿੰਦੇ ਬਾਹਰ ਚੱਲ। ਦੋਨਾਂ ਦੀ ਮਨਜ਼ੂਰੀ ਦੇ ਨਾਲ ਤਲਾਕ ਹੁੰਦਾ ਸੀਗਾ, ਪਰ ਮੁਸਲਿਮਸ ਦੇ ਵਿੱਚ ਇਦਾਂ ਨਹੀਂ ਬੰਦੇ। ਤਲਾਕ ਵਾਲੀ ਗੱਲ ਗਈ। ਹੁਣ ਤਾਂ ਜਿਹੜਾ ਵਿਆਹ ਸੰਸਕਾਰ ਆ ਉਹ ਇੰਨਾ ਬੇਹਾ ਤੇ ਬੋਧਾ ਹੋ ਗਿਆ ਕਿ ਲੋਕ ਇਸ ਗੱਲ ਨੂੰ ਡਰਦੇ ਆ ਕਿ ਵਿਆਹ ਕਰਵਾਇਆ ਹੀ ਨਾ ਜਾਵੇ। ਲਿਵਿੰਗ ਰਿਲੇਸ਼ਨ ਬਹੁਤ, ਇੱਕ ਮਿੰਟ ਮੇਰੀ ਗੱਲ ਸੁਣ ਲਓ। ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਨੇ ਵੈਸਟ ਦੇ ਵਿੱਚ ਕਿ ਜਿੱਥੇ ਇਸ ਸੰਸਕਾਰ ਨੂੰ, ਵਿਆਹ ਸੰਸਕਾਰ ਨੂੰ ਬੋਧਾ ਵਕਤ ਵਿਆਹ ਚੁੱਕਿਆ ਸਮਝ ਲਿਆ ਗਿਆ। ਔਰ ਇਹ ਹੁੰਦਾ ਹੈ ਕਿ ਤੁਸੀਂ ਇੱਕ ਦੂਜੇ ਨਾਲ ਰਹਿੰਦੇ ਹੋ ਸਹਿਮਤੀ ਨਾਲ, ਤੁਹਾਡਾ ਪਿਆਰ ਹੈ, ਠੀਕ ਹੈ, ਬੱਚੇ ਪੈਦਾ ਹੁੰਦੇ ਨੇ, ਦੈਨ ਤੁਸੀਂ ਇਹ ਡਿਸਾਈਡ ਕਰਦੇ ਹੋ ਕਿ ਹੁਣ ਵਿਆਹ ਕਰਾ ਲੈਣਾ ਚਾਹੀਦਾ ਬੱਚੇ ਪੈਦਾ ਹੋਣ ਤੋਂ ਬਾਅਦ। ਔਰ ਇੱਥੇ ਇਹ ਹੁੰਦਾ ਕਿ ਵਿਆਹ ਜਿਹੜਾ ਹੈ ਉਹ ਇੱਕ ਸੌਦੇਬਾਜ਼ੀ ਬਣ ਗਈ ਹੈ। ਔਰ ਉਹ ਜਿਹੜਾ ਸੌਦਾ ਹੈ ਉਹ ਭਾਵੇਂ ਕਿਸੇ ਵੀ ਮਤਲਬ ਧਰਮ ਦੇ ਗੁਰੂ ਦੇ ਸਾਹਮਣੇ ਜਾਂ ਕਿਸੇ ਗ੍ਰੰਥ ਦੇ ਸਾਹਮਣੇ ਉਹ ਪ੍ਰਵਾਨ ਚੜ੍ਹਦਾ, ਉਹ ਜਿਹੜਾ ਰਿਸ਼ਤਾ ਹੈ, ਪਰ ਉਸ ਤੋਂ ਬਾਅਦ ਵੀ ਉਹ ਸੌਦੇਬਾਜ਼ੀ ਦੀ ਜਿਹੜੀ ਮੈਲ ਹੈ ਉਹ ਜਾਂਦੀ ਨਹੀਂ ਗਈ। ਔਰ ਇਹ ਵੀ ਹੁੰਦਾ ਕਿ ਅੱਜ ਔਰਤ ਵਿਆਹ ਕੇ ਗਈ ਦੂਜੇ ਘਰ ਤੇ ਤੀਜੇ ਦਿਨੋਂ ਘਰੋਂ ਉੱਥੋਂ ਮਤਲਬ ਉਹ ਵਾਪਸ ਆ ਗਈ। ਤੋ ਇਸ ਤਰ੍ਹਾਂ ਦੇ ਇੱਕ ਨਹੀਂ ਹਜ਼ਾਰਾਂ ਐਗਜ਼ਾਮਪਲਸ ਨੇ। ਸੋ ਉਹ ਜੇ ਕਰਤਾ 30 ਤਲਾਕ ਵਾਲਾ ਕਾਨੂੰਨ ਪਾਸ ਕਰਤਾ ਤੇ ਉਹਦੇ ਨਾਲ ਕੋਈ ਇਹ ਨਹੀਂ ਕਿ ਕੋਈ ਇਨਕਲਾਬ ਆ ਗਿਆ ਜਾਂ ਕੋਈ ਰਿਸ਼ਤਿਆਂ ਦੇ ਵਿੱਚ ਕੋਈ ਐਸਾ ਵੱਡੀ ਸਾਰਥਕ ਤਬਦੀਲੀ ਹੋਊਗੀ। ਜੀ ਸਰ, ਮੈਂ ਇੱਥੇ ਕਹੂੰਗੀ ਕਿ ਮੈਂ ਤੁਹਾਨੂੰ ਤਾਂ ਬਦਲ ਨਹੀਂ ਸਕਦੀ, ਨਾ ਮੈਂ ਤੁਹਾਡੀ ਸੋਚ ਨੂੰ ਬਦਲ ਸਕਦੀ ਹਾਂ। ਤਲਾਕ ਦੇ ਤਾਂ ਹੋਰ ਵੀ ਕੀ ਢੰਗ ਨੇ, ਕੋਈ 3 ਵਾਰੀ ਤਲਾਕ ਕਹਿਣ ਨਾਲ ਜੇ ਉਹ ਬੰਦ ਹੋ ਗਿਆ ਤਾਂ ਤਲਾਕ ਦੇਣ ਦੇ ਤਾਂ ਹੋਰ ਵੀ ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕ ਸਰਕਾਰ ਆਈ ਹੈ ਤੇ ਉਹਨੇ ਸਾਰਾ ਕੁਝ ਉਲਟਾ ਪੁਲਟਾ ਹੀ ਕੀਤਾ। ਚੰਗੀਆਂ ਤੇ ਮਾੜੀਆਂ ਚੀਜ਼ਾਂ ਦੋਵੇਂ ਨਾਲ ਹੀ ਚੱਲਦੀਆਂ ਹੁੰਦੀਆਂ ਨੇ। ਆਪਾਂ ਵੱਧਦੇ ਆ ਪੰਜਾਬ ਵੱਲ। ਪੰਜਾਬ ਦੇ ਵਿੱਚ ਸੰਸਦ ਮੈਂਬਰ ਗੁਰਜੀਤ ਔਜਲਾ ਦੀ ਗੱਲ ਕਰਦੇ ਆ, ਜਿਨ੍ਹਾਂ ਨੇ ਡੀਜੀਪੀ ਨੂੰ ਇੱਕ ਚਿੱਠੀ ਲਿਖ ਕੇ ਇਹ ਕਿਹਾ ਕਿ ਸੂਬੇ ਦੇ ਵਿੱਚ ਨਸ਼ਾ ਬਹੁਤ ਵੱਧ ਗਿਆ ਤੇ 26 ਜੂਨ ਨੂੰ ਅਸੀਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਉਂਦੇ ਆ। ਤਦ ਤੱਕ ਕੋਈ ਇਹੋ ਜਿਹੀ ਨੀਤੀ ਲੈ ਕੇ ਆਓ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈ ਅਸੀਂ ਦੂਰ ਕਰ ਸਕੀਏ, ਕਿਉਂਕਿ ਘਰ ਘਰ ਦੇ ਵਿੱਚ ਬੱਚੇ ਜਿਹੜੇ ਨੇ ਨਸ਼ੇ ਕਾਰਨ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਨੇ, ਬਹੁਤ ਸਾਰਾ ਹਾਦਸੇ ਜਿਹੜੇ ਪੰਜਾਬ 'ਚ ਹੁਣ ਵਾਪਰ ਰਹੇ ਨੇ। ਕੀ ਕਹੋਗੇ ਉਹਨਾਂ ਦੇ ਇਸ ਚਿੱਠੀ ਬਾਰੇ? ਇਹ ਤਾਂ 5 ਸਾਲ ਤੋਂ ਵੀ ਹਰ ਸਾਲ ਹੀ ਮਨਾਇਆ ਗਿਆ। ਇਹ ਔਜਲਾ ਸਾਹਿਬ ਉਦੋਂ ਕਿੱਥੇ ਸੀਗੇ? 5 ਸਾਲ ਇਹ ਸਰਕਾਰ ਦੇ ਵਿੱਚ ਮਤਲਬ ਉਹਨਾਂ ਦੇ ਵਿਧਾਇਕ ਰਹੇ ਨੇ ਕਾਂਗਰਸ ਦੇ, ਤੇ ਇਹਨਾਂ ਨੇ ਉਦੋਂ ਮਤਲਬ ਕੀ ਕਰ ਲਿਆ? ਉਦੋਂ ਨਾ ਇਹਨਾਂ ਨੂੰ ਖਿਆਲ ਆਇਆ
ਕਿ ਡੀਜੀਪੀ ਨੂੰ ਕੋਈ ਖਤ ਵੀ ਲਿਖਿਆ ਜਾ ਸਕਦਾ ਜੀ। ਉਦੋਂ ਇਹਨਾਂ ਨੇ ਵਿਧਾਨ ਸਭਾ 'ਚ ਰੌਲਾ ਕਿਉਂ ਨਾ ਪਾਇਆ? ਇਹ ਹੁਣ ਮਤਲਬ ਇਹ ਤਿਗੜਮਬਾਜ਼ੀ ਮੈਨੂੰ ਨਹੀਂ ਸਮਝ ਆ ਰਹੀ ਵੀ ਇਹ ਹੁਣ ਖਤ ਲਿਖਣ ਦੀ ਕੀ ਜ਼ਰੂਰਤ ਪੈ ਗਈ ਹੈ। ਔਰ ਜੇ ਖਤ ਲਿਖਣਾ ਹੀ ਹੈ ਤਾਂ ਫਿਰ ਇਹ ਮੁੱਖ ਮੰਤਰੀ ਨੂੰ ਲਿਖਦੇ, ਮੁੱਖ ਮੰਤਰੀ ਨੂੰ ਕਹਿੰਦੇ ਵੀ ਤੁਸੀਂ ਆਹ ਕੁਛ ਕਿਉਂ ਨਹੀਂ ਕੀਤਾ। ਜਦੋਂ ਚੋਣਾਂ ਸੀਗੀਆਂ ਉਦੋਂ ਨਹੀਂ ਬੋਲੇ, ਉਦੋਂ ਇਸ ਮੁੱਦੇ ਨੂੰ ਤੁਸੀਂ ਸਾਹਮਣੇ ਲੈ ਕੇ ਆਉਂਦੇ। ਔਰ ਜੇ ਭੁੱਖ ਹੜਤਾਲ ਰੱਖਣੀ ਸੀ ਜਾਂ ਕੋਈ ਧਰਨਾ ਰੱਖਣਾ ਸੀ ਜਾਂ ਮਰਨ ਵਰਤ ਰੱਖਣਾ ਸੀਗਾ, ਇਹ ਸਰਕਾਰ ਦੇ ਦੌਰਾਨ ਰੱਖਦੇ, ਸ਼ੁਰੂ 'ਚ ਹੀ ਰੱਖਦੇ, ਸ਼ੁਰੂ 'ਚ ਇਹ ਸਵਾਲ ਤੁਸੀਂ ਉਠਾਉਂਦੇ। ਤੁਸੀਂ 4.5 ਸਾਲ 5 ਸਾਲ ਬੋਲੇ ਨਹੀਂਗੇ। ਹੁਣ ਤੁਹਾਨੂੰ ਨਸ਼ਿਆਂ ਦੀ ਮਤਲਬ ਜਿਹੜੀ ਹੈ ਬਿਮਾਰੀ ਇਹਦੇ ਸੰਬੰਧ ਵਿੱਚ ਉਹ ਵੀ ਜਦੋਂ 20 ਤਰੀਕ ਨੂੰ ਵੋਟਾਂ ਪੈ ਚੁੱਕੀਆਂ ਨੇ ਤੇ ਆਪਾਂ 10 ਤਰੀਕ ਦੇ ਨਤੀਜਿਆਂ ਨੂੰ ਡਿੱਗਦੇ ਪਏ ਆ ਤੇ ਵਿੱਚ ਘਰ ਜਾ ਕੇ ਤੁਸੀਂ ਆਪਣੀ ਨੀਂਦ ਜਿਹੜੀ ਹੈ ਤੋੜ ਕੇ ਉੱਠੇ ਆ। ਤੁਹਾਨੂੰ ਕੀ ਲੱਗਦਾ ਸਰ ਇਹਨਾਂ ਨੂੰ ਕੋਈ ਵਿੱਚੋਂ ਫਾਇਦਾ ਹੋਊਗਾ ਇਹ ਗੱਲ ਕਰਕੇ? ਫਾਇਦਾ ਨਹੀਂ ਹੁੰਦਾ। ਇਹ ਦਰਅਸਲ ਨਾ ਆਪਣੀ ਪਿੱਠ ਥਾਪਣ ਵਾਲੀ ਗੱਲ ਹੁੰਦੀ ਹੈ ਕਿ ਮੈਂ ਇਹ ਕਹਿ ਕੇ ਪਤਾ ਨਹੀਂ ਕਿੱਡਾ ਵੱਡਾ ਮਹਾਨ ਬਣ ਜਾਊਗਾ, ਪਰ ਲੋਕ ਇਹ ਜਾਣਗੇ ਨਹੀਂ, ਸਵਾਲ ਨਹੀਂ ਪੁੱਛਣਗੇ ਕਿ ਭਾਈ ਤੂੰ ਇੰਨੇ ਸਾਲ ਸੁੱਤਾ ਰਿਹਾ, ਤੂੰ ਕਿਹੜੀ ਖੁੱਡ 'ਚ ਬੈਠਾ ਸੀਗਾ ਕਿ ਮਤਲਬ ਤੈਨੂੰ ਇਹ ਐਡਾ ਗੰਭੀਰ ਮਸਲਾ ਚੇਤੇ ਨਾ ਆਇਆ। ਤਾਂ ਹੁਣ ਤੂੰ ਰੌਲਾ ਪਾਉਣ ਦਾ ਕੀ ਫਾਇਦਾ? ਹੁਣ ਜਦੋਂ ਕਿ ਸਰਕਾਰ ਕੋਲ ਕੋਈ ਐਸੀ ਤਾਕਤ ਹੀ ਨਹੀਂ, ਮੁੱਖ ਮੰਤਰੀ ਕੋਈ ਅਜਿਹੇ ਫੈਸਲੇ ਨਹੀਂ ਲੈ ਸਕਦਾ। ਬਾਕੀ ਇਹ ਪੁਲਿਸ ਆਪਣਾ ਕੰਮ ਕਰਦੀ ਹੈ, ਜਿੰਨਾ ਕੋ ਕੰਮ ਕਰ ਸਕਦੀ ਹੈ, ਲੇਕਿਨ ਇਹ ਨੈਕਸਸ ਮੈਂ ਤੁਹਾਨੂੰ ਦੱਸਿਆ ਇੰਨਾ ਜਟਿਲ ਹੈਗਾ ਕਿ ਇਹਨੂੰ ਤੋੜਨਾ ਬਹੁਤ ਮੁਸ਼ਕਲ ਹੈ। ਔਰ ਇਹਦੇ ਵਿੱਚ ਸਿਆਸਤਦਾਨ ਵੀ ਸ਼ਾਮਲ ਨੇ, ਇਹਦੇ ਵਿੱਚ ਕੁਝ ਵਿਧਾਇਕ ਵੀ ਸ਼ਾਮਲ ਹੋ ਸਕਦੇ ਨੇ, ਮੰਤਰੀ ਵੀ ਸ਼ਾਮਲ ਹੋ ਸਕਦੇ ਨੇ, ਔਰ ਪੁਲਿਸ ਦੇ ਪੁਲਿਸ ਅਧਿਕਾਰੀ, ਪ੍ਰਸ਼ਾਸਨਿਕ ਅਧਿਕਾਰੀ, ਇਹਦੀ ਵੀ ਸ਼ਮੂਲੀਅਤ ਹੁੰਦੀ ਹੈ। ਔਰ ਇਹ ਐਵੇਂ ਨਹੀਂ ਹੁੰਦਾ, ਇਹ ਕੋਈ ਸਿੰਪਲ ਜਿਹਾ ਉਹ ਜਾਲ ਨਹੀਂ ਜਿਹੜਾ ਕਿ ਕੋਈ ਇੱਕ ਗੁਰਜੀਤ ਸਿੰਘ ਔਜਲਾ ਉੱਠੇ ਤੇ ਉਹਨੂੰ ਚਿੱਠੀ ਲਿਖੇ ਡੀਜੀਪੀ ਨੂੰ ਔਰ ਡੀਜੀਪੀ ਚਿੱਠੀ ਤੇ ਫੌਰਨ ਕਾਰਵਾਈ ਕਰਕੇ ਜਾਲ ਦੀਆਂ ਸਾਰੀਆਂ ਤਾਰਾਂ ਤੋੜ ਦੇ। ਇਹ ਨਹੀਂ ਸੰਭਵ ਹੈ। ਇਹ ਬਹੁਤ ਵੱਡਾ ਨੈਕਸਸ ਹੈ ਔਰ ਇਹਦੇ ਵਿੱਚ ਵੱਡੀਆਂ ਵੱਡੀਆਂ ਮੱਛੀਆਂ ਸ਼ਾਮਲ ਨੇ, ਮਗਰਮੱਛ ਸ਼ਾਮਲ ਨੇ, ਔਰ ਉਹਨਾਂ ਨੂੰ ਲੱਭਣਾ, ਉਹਨਾਂ ਦੀ ਨਿਸ਼ਾਨਦੇਹੀ ਕਰਨੀ, ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਸਧਾਰਨ ਜੀ ਗੱਲ ਨਹੀਂ ਹੈ। ਤੋ ਇਹ ਮਤਲਬ ਮੈਨੂੰ ਲੱਗਦਾ ਕੋਇਲੇ ਦਾ ਰਾਗ ਲਾਪੀ ਜਾਂਦੇ ਆ। ਜਦੋਂ ਇਹਨਾਂ ਨੇ ਕੁਝ ਕਰਨਾ ਸੀ, ਜਦੋਂ ਇਹਨਾਂ ਨੂੰ ਕੁਝ ਕਰਨਾ ਚਾਹੀਦਾ ਸੀ, ਉਦੋਂ ਇਹ ਬੋਲੇ ਤੱਕ ਨਹੀਂ ਗਏ। ਹੁਣ ਜਦੋਂ ਕਿ ਹੱਥ ਵਸ ਹੈ ਕੁਝ ਨਹੀਂਗਾ ਤਾਂ ਹੁਣ ਇਹ ਮਤਲਬ ਵਾਂਗਾ ਦੇਣ ਲੱਗ ਪਏ। ਮੈਨੂੰ ਲੱਗਦਾ ਸਰ ਥੋੜਾ ਜਿਹਾ ਨਾ ਬੋਰੀਅਤ ਹੋ ਰਹੀ ਹੋਣੀ ਹੈ, ਟਾਈਮ ਪਾਸ ਵਾਸਤੇ ਉਹਨਾਂ ਨੇ ਚਿੱਠੀ ਲਿਖ ਲਈ ਹੋਊਗੀ। ਕਈ ਬੰਦੇ ਐਵੇਂ ਹੁੰਦੇ ਆ ਵੀ ਚਲੋ ਹੋਰ ਨਹੀਂ ਤਾਂ ਕੁਝ ਕੋਈ ਇਹੋ ਜਿਹਾ ਮਸਲਾ ਖੜਾ ਕਰ ਦਿਓ, ਸੁਰਖੀਆਂ ਚ ਆ ਜੀ, ਅਖਬਾਰਾਂ 'ਚ ਖਬਰਾਂ ਲੱਗ ਜਾਣ। ਬਿਲਕੁਲ। ਵੱਧਦੇ ਆ ਸਰ ਚੰਡੀਗੜ੍ਹ ਦੇ ਵੱਲ। ਚੰਡੀਗੜ੍ਹ ਨੂੰ ਤਾਂ ਛੱਡੋ, ਪਹਿਲਾਂ ਮੈਂ ਤੁਹਾਡੇ ਨਾਲ ਆਪਸ 'ਚ ਵੈਸੇ ਗੱਲ ਕਰਦੀ ਹਾਂ। ਅਸੀਂ ਘਰ 'ਚ ਕੰਮ ਕਰਦੇ ਹੋਈਏ ਤੇ ਬਿਜਲੀ ਅਚਾਨਕ ਚਲੀ ਜਾਵੇ, ਗਰਮੀ ਹੋਵੇ ਤੇ ਹਾਹਾਕਾਰ ਮਚ ਜਾਂਦੀ ਹੈ, ਸਰਦੀ ਹੋਵੇ ਤੇ ਬੜੀਆਂ ਮੁਸ਼ਕਲਾਂ ਆਉਂਦੀਆਂ ਕੰਮ ਕਰਨ ਦੇ ਵਿੱਚ, ਹੈ ਨਾ। ਕਿਚਨ 'ਚ ਹੋਈਏ ਜਾਂ ਘਰ ਦੇ ਅੰਦਰ ਕੋਈ ਕੰਮ ਕਰਦੇ ਹੋਈਏ ਜਾਂ ਅਖਬਾਰ ਜਾਂ ਕੋਈ ਕਿਤਾਬ ਹੀ ਪੜ੍ਹਦੇ ਹੋਈਏ ਤੇ ਲਾਈਟ ਚਲੀ ਜਾਏ, ਬੰਦਾ ਪਰੇਸ਼ਾਨ ਹੋ ਜਾਂਦਾ। ਤੇ ਚੰਡੀਗੜ੍ਹ ਦੇ ਵਿੱਚ ਤਾਂ ਪਰਸੋਂ ਹਾਹਾਕਾਰ ਹੀ ਮਚ ਗਈ ਜਦੋਂ ਸੈਕਟਰ 17 ਦੇ ਨਾਲ ਹੋਰ ਵੀ 1-2 ਸੈਕਟਰਾਂ ਦੇ ਵਿੱਚ ਪੂਰਾ ਦਿਨ ਹੀ ਬਿਜਲੀ ਗੁੱਲ ਰਹੀ। ਪਤਾ ਲੱਗਿਆ, ਲੋਕਾਂ ਨੇ ਬੜੇ ਟੈਲੀਫੋਨ ਵਗੈਰਾ ਕੀਤੇ ਬਿਜਲੀ ਵਿਭਾਗ ਨੂੰ, ਕਈਆਂ ਦੇ ਤਾਂ ਜਿਹੜੀਆਂ ਕੰਪਲੇਂਟ ਸੀਗੀਆਂ, ਸ਼ਿਕਾਇਤਾਂ ਸੀ ਦਰਜ ਹੋਈਆਂ, ਕਈ ਵਾਰ ਤਾਂ ਉਹਨਾਂ ਨੇ ਫੋਨ ਚੱਕਣੇ ਬੰਦ ਕਰ ਦਿੱਤੇ। ਬਾਅਦ 'ਚ ਪਤਾ ਲੱਗਾ ਕਿ ਬਿਜਲੀ ਵਿਭਾਗ ਦੇ ਨਿੱਜੀਕਰਨ ਨੂੰ ਲੈ ਕੇ ਬਿਜਲੀ ਕਾਮਿਆਂ ਨੇ ਹੜਤਾਲ ਕਰ ਲਈ ਹੈ। ਹੜਤਾਲ ਤਾਂ ਖੈਰ ਉਹਨਾਂ ਨੇ 72 ਘੰਟਿਆਂ ਦੀ ਕਰਨ ਨੂੰ ਕਿਹਾ ਸੀ, ਪਰ 40 ਘੰਟਿਆਂ ਬਾਅਦ ਹੜਤਾਲ ਖਤਮ ਕਰ ਦਿੱਤੀ ਗਈ ਕਿਉਂਕਿ ਜਿਹੜੀਆਂ ਪ੍ਰਸ਼ਾਸਨ ਦੇ ਵੱਲ ਮੰਗਾਂ ਸਨ, ਪ੍ਰਸ਼ਾਸਨ ਨੇ ਲਿਖਤੀ ਰੂਪ ਨਾਲ ਕਹਿਤਾ ਸੀ ਤੁਹਾਡੀਆਂ ਮੰਗਾਂ ਸਾਰੀਆਂ ਮੰਨ ਲੈਂਦੇ ਆ, ਪਰ ਐਸਮਾ ਵੀ ਲਾਗੂ ਕੀਤਾ ਸੀ ਉਹਨਾਂ ਨੇ, ਉਹ ਵੀ ਨਹੀਂ ਚੱਲਿਆ। ਉਹਨਾਂ ਨੇ ਕਿਹਾ ਸੀ ਕਿ ਐਸਮਾ ਐਕਟ ਲਾਗੂ ਕਰ ਦਿੱਤਾ, ਧਾਰਾ 144 ਲਗਾ ਦਿੱਤੀ ਹੈ ਹੜਤਾਲ ਨੂੰ ਲੈ ਕੇ, ਪਰ ਬਿਜਲੀ ਕਾਮੇ ਜਿਹੜੇ ਸਨ ਉਹ ਡਰੇ ਨਹੀਂ, ਉਹਨਾਂ ਨੇ ਆਪਣੀ ਹੜਤਾਲ ਪੂਰੀ ਜਾਰੀ ਰੱਖੀ ਤੇ ਹਾਰ ਕੇ ਪ੍ਰਸ਼ਾਸਨ ਨੂੰ ਝੁਕਣਾ ਹੀ ਪਿਆ। ਕੀ ਕਹੋਗੇ ਇਸ ਬਾਰੇ? ਦੇਖੋ, ਇਹ ਨਾ ਕੁਝ ਸਮੇਂ ਤੋਂ ਇਸ ਤਰ੍ਹਾਂ ਹੋ ਰਿਹਾ ਹੈ ਕਿ ਜਿਹੜੀਆਂ ਲਾਭਕਾਰੀ ਸੰਸਥਾਵਾਂ ਨੇ ਜਾਂ ਕੋਈ ਕਾਰਖਾਨੇ ਨੇ ਜਾਂ ਕੋਈ ਵਪਾਰਕ ਅਦਾਰੇ ਨੇ ਜੀ, ਉਹਨਾਂ ਦਾ ਮਤਲਬ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਉਹ ਸਾਰਾ ਕੁਝ ਸੌਂਪਿਆ ਜਾ ਰਿਹਾ ਜੀ। ਬੜੇ ਵੱਡੇ ਮਤਲਬ ਕਾਰੋਬਾਰ ਨੇ, ਜਿਹੜੇ ਸਰਕਾਰੀ ਕਾਰੋਬਾਰ ਸਨ, ਉਹਨਾਂ ਦਾ ਮਤਲਬ ਪ੍ਰਾਈਵੇਟਕਰਨ ਕੀਤਾ ਜਾ ਰਿਹਾ। ਤਾਂ ਇਹ ਸਾਰਾ ਜਿਹੜਾ ਕੁਝ ਹੋ ਰਿਹਾ ਹੈ ਉਹਦੀ ਹੀ ਮਤਲਬ ਇੱਕ ਇਹ ਲੜੀ ਹੈ ਜੀ। ਚੰਡੀਗੜ੍ਹ ਦੇ ਵਿੱਚ ਜਿਹੜਾ ਬਿਜਲੀ ਮਹਿਕਮਾ ਹੈ, ਇਹਦੇ ਵਿੱਚ 2.5 ਲੱਖ ਜਿਹੜੇ ਨੇ ਚੰਡੀਗੜ੍ਹ ਦੇ ਖਪਤਕਾਰ ਨੇ ਜੀ, ਜਿਹੜੇ ਮੀਟਰਾਂ ਦੇ ਰਾਹੀਂ ਬਿੱਲ ਅਦਾ ਕਰਦੇ ਨੇ ਜੀ। ਤੇ ਜਿਹੜੀ ਉੱਥੇ ਪ੍ਰਤੀ ਯੂਨਿਟ ਮੁੱਲ ਹੈ ਜਾਂ ਪ੍ਰਤੀ ਯੂਨਿਟ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਆ, ਉਹ 3 ਰੁਪਏ ਤੋਂ 4 ਰੁਪਏ 4.5 ਰੁਪਏ ਯੂਨਿਟ ਹੈ। ਪਰ ਜੇ ਗੈਰ ਸਰਕਾਰੀ ਕੰਪਨੀ ਨੂੰ ਇਹ ਸਾਰਾ ਕੁਝ ਦਿੱਤਾ ਜਾਂਦਾ ਤਾਂ ਫਿਰ ਪ੍ਰਤੀ ਯੂਨਿਟ ਇੱਕ ਖਪਤਕਾਰ ਨੂੰ 7.5 ਰੁਪਏ ਤੋਂ ਲੈ ਕੇ 9.5 ਰੁਪਏ ਤੱਕ ਅਦਾ ਕਰਨੇ ਪੈਣਗੇ। ਚਾਹੀਦਾ ਤਾਂ ਇਹ ਸੀ ਕਿ ਚੰਡੀਗੜ੍ਹ ਦੇ ਸਾਰੇ ਲੋਕ ਹੀ ਇਸ ਹੜਤਾਲ ਵਿੱਚ ਸ਼ਾਮਿਲ ਹੁੰਦੇ, ਕਿਉਂਕਿ ਸੇਕ ਤਾਂ ਖਪਤਕਾਰਾਂ ਨੂੰ ਲੱਗਣਾ ਨਾ। ਔਰ ਦੂਸਰੀ ਗੱਲ ਹੈ ਕਿ ਪਹਿਲਾਂ ਮੁਲਾਜ਼ਮਾਂ ਨੂੰ ਉਹਨਾਂ ਨੂੰ ਕੱਢ ਦਿੱਤਾ ਜਾਏਗਾ ਔਰ ਉਹਨਾਂ ਦੇ ਉੱਪਰ ਵੱਖਰੇ ਤਰ੍ਹਾਂ ਦੇ ਨਿਯਮ ਗੈਰ ਸਰਕਾਰੀ ਕੰਪਨੀ ਜਿਹੜੀ ਲਾਗੂ ਕਰੇਗੀ। ਤੁਸੀਂ ਵੇਖੋ ਕਿ 871 ਕਰੋੜ ਰੁਪਏ ਦੇ ਵਿੱਚ ਸੰਭਵਤਾ ਇਹ ਸੌਦਾ ਹੋਣਾ ਸੀ, ਜਦ ਕਿ ਬਿਜਲੀ ਦਾ ਜਿਹੜਾ ਮਹਿਕਮਾ ਹੈ ਜਾਂ ਬਿਜਲੀ ਪੈਦਾ ਕਰਨ ਵਾਲਾ ਜਿਹੜਾ ਸਰੋਤ ਹੈ,
ਉਹਦੀ ਜਿਹੜੀ ਕੀਮਤ ਹੈ ਉਹ 20,000 ਤੋਂ 25,000 ਕਰੋੜ ਰੁਪਈਆ ਹੈ। ਯਾਨੀ ਭੰਗ ਦੇ ਭਾਣੇ ਉਹ ਸਾਰਾ ਕੁਝ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਗੈਰ ਸਰਕਾਰੀ ਕੰਪਨੀ ਨੂੰ ਦੇ ਦੇਣਾ ਸੀ। ਪਰ ਇਹਦੇ ਤੇ ਹਾਈ ਕੋਰਟ ਨੇ ਨੋਟਿਸ ਲਿਆ ਔਰ ਉਹਨਾਂ ਨੇ ਕਿਹਾ ਕਿ ਜਦ ਤੱਕ ਅਸੀਂ ਕੋਈ ਮਤਲਬ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕਰਦੇ ਉਨੀ ਦੇਰ ਤੱਕ ਇਸ ਨਿੱਜੀਕਰਨ ਦੇ ਸੰਬੰਧ ਵਿੱਚ ਕੋਈ ਪੇਸ਼ਰਫਤ ਨਹੀਂ ਕੀਤੀ ਜਾਵੇਗੀ ਜੀ। ਲੇਕਿਨ ਇਹ ਕਿੱਡੀ ਵੱਡੀ ਬੇਇਨਸਾਫੀ ਹੈ ਮੁਲਾਜ਼ਮਾਂ ਦੇ ਨਾਲ ਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਇਹ ਕਹਿਣਾ ਕਿ ਸਾਡੀ ਗਿਣਤੀ ਉਨੀ ਨਹੀਂ ਹੈ ਕਿ ਜਿੰਨੀ ਪਰਿਆਪਤ ਮਾਤਰਾ ਵਿੱਚ ਚਾਹੀਦੀ ਹੈ। ਅਸੀਂ ਅੱਧੇ ਬੰਦੇ ਚੰਡੀਗੜ੍ਹ ਦੇ ਵਿੱਚ ਬਿਜਲੀ ਦੀ ਵਿਵਸਥਾ ਕਰ ਰਹੇ ਹਾਂ ਜਦੋਂ ਕਿ ਮਤਲਬ ਇੰਨੇ ਹੀ ਹੋਰ ਜਿਹੜੇ ਨੇ ਮੁਲਾਜ਼ਮ ਚਾਹੀਦੇ ਨੇ ਜੀ। ਹੁਣ ਮੁਲਾਜ਼ਮ ਕੀ ਕਰਨ? ਮੁਲਾਜ਼ਮਾਂ ਦੇ ਸਿਰ ਤੇ ਤਲਵਾਰ ਲਟਕਦੀ ਹੈ ਜਦੋਂ ਕਿਸੇ ਗੈਰ ਸਰਕਾਰੀ ਕੰਪਨੀ ਨਾਲ ਕੋਈ ਸਮਝੌਤਾ ਹੁੰਦਾ ਤਾਂ ਕਿਉਂਕਿ ਫੇਰ ਤਾਂ ਉਹਦੇ ਨਿਯਮ ਤੇ ਕਾਨੂੰਨ ਲਾਗੂ ਹੁੰਦੇ ਨੇ ਨਾ ਔਰ ਉਹਨੇ ਇਹ ਡਿਸਾਈਡ ਕਰਨਾ ਹੁੰਦਾ ਕਿ ਬਿਜਲੀ ਕਿਵੇਂ ਵੇਚਣੀ ਹੈ ਤੇ ਕਿੰਨੀ ਵੇਚਣੀ ਹੈ। ਸੋ ਇਹ ਜਿਹੜਾ ਰੁਝਾਨ ਹੈ ਇਹ ਬਹੁਤ ਮਾੜਾ ਔਰ ਜਿੰਨੇ ਵੀ ਇੱਥੋਂ ਤੱਕ ਰੇਲਵੇ, ਹਵਾਈ ਅੱਡੇ, ਇੰਸ਼ੋਰੈਂਸ ਕੰਪਨੀਆਂ ਤਾਂ ਹੋਰ ਵੱਡੇ ਵੱਡੇ ਕਾਰੋਬਾਰ ਜਿਹੜੇ ਸਰਕਾਰੀ ਲਾਹੇਵੰਦ ਕਾਰੋਬਾਰ ਸੀਗੇ ਜਿਵੇਂ BSNL ਹੈ, ਤੁਸੀਂ ਵੇਖ ਲਓ ਕਿ ਕੀ ਹੋ ਗਿਆ, ਕੀ ਬਣ ਗਿਆ ਕਿ ਗੈਰ ਸਰਕਾਰੀ ਕੰਪਨੀਆਂ ਦੇ ਆਉਣ ਨਾਲ ਸਰਕਾਰੀ ਜਿਹੜੇ ਮੁਨਾਫੇ ਵਾਲੇ ਕਾਰੋਬਾਰ ਸੀਗੇ ਉਹਨਾਂ ਦਾ ਬਿਲਕੁਲ ਭੱਠਾ ਬਿਠਾ ਦਿੱਤਾ ਗਿਆ। ਸਭ ਕੁਝ ਵੇਚਣ ਤੇ ਮਤਲਬ ਲਾਇਆ ਹੋਇਆ ਹੈ। ਤਾਂ ਇਹ ਜਿਹੜਾ ਮਤਲਬ ਇਹਨੂੰ ਤੁਸੀਂ ਹੋ ਸਕਦਾ ਇਹਨੂੰ ਵੀ ਕਹੋਗੇ ਭਾਜਪਾ ਦੀ ਬਹੁਤ ਵੱਡੀ ਪ੍ਰਾਪਤੀ ਹੈ। ਨਹੀਂ, ਮੈਂ ਨਹੀਂ ਕਹੂੰਗੀ ਭਾਜਪਾ ਦੀ ਬਹੁਤ ਵੱਡੀ ਪ੍ਰਾਪਤੀ ਹੈ, ਪਰ ਦੇਖੋ ਤੁਸੀਂ ਬੇਰੋਜ਼ਗਾਰੀ ਕਿੰਨੀ ਵਧੀ ਹੋਈ ਹੈ। ਸਰਕਾਰੀ ਡਿਪਾਰਟਮੈਂਟ ਹੈ ਹੀ ਕਿੰਨੇ ਤੇ ਕਿੰਨੀਆਂ ਕੁ ਭਰਤੀਆਂ ਉਹਨਾਂ 'ਚ ਹੁੰਦੀਆਂ ਨੇ ਤੇ ਸਰਕਾਰ ਵੀ ਕਿੰਨਾ ਕੁ ਦੇਵੇ। ਔਰ ਦੂਜੀ ਗੱਲ, ਸਰਕਾਰੀ ਨੌਕਰੀਆਂ ਕਰਦੇ, ਸ਼ਾਇਦ ਤੁਹਾਨੂੰ ਮੇਰੀ ਇਸ ਗੱਲ ਤੇ ਬਹੁਤ ਮਿਰਚ ਲੱਗੇਗੀ ਪਰ ਮੈਂ ਤੁਹਾਡੇ ਤੇ ਉਂਗਲ ਨਹੀਂ ਕਰਦੀ ਪਈ, ਇਹ ਸੱਚਾਈ ਹੈ ਸਰ ਔਰ ਤਰਾਸਦੀ ਹੈ ਸਾਡੇ ਮੁਲਕ ਦੀ ਕਿ ਸਰਕਾਰੀ ਨੌਕਰੀਆਂ ਕਰ ਕਰਕੇ ਲੋਕ ਇੰਨੇ ਕੁ ਜ਼ਿਆਦਾ ਆਲਸੀ ਹੋ ਚੁੱਕੇ ਨੇ ਕਿ ਉਹਨਾਂ ਨੂੰ ਪ੍ਰਾਈਵੇਟਾਈਜ਼ਡ ਹੋਣ ਤੋਂ ਡਰ ਵੀ ਲੱਗਦਾ। ਤੇ ਸਰਕਾਰੀ ਡਿਪਾਰਟਮੈਂਟ 'ਚ ਕੰਮ ਕਿੱਦਾਂ ਦੇ ਹੁੰਦੇ ਨੇ, ਕਿੰਨੇ ਘੰਟਿਆਂ 'ਚ ਕੰਮ ਹੁੰਦੇ ਨੇ, ਸ਼ਾਇਦ ਤੁਸੀਂ ਵੀ ਉਹ ਤੋਂ ਚੰਗੀ ਤਰ੍ਹਾਂ ਜਾਣੂ ਹੋ। ਇਹਦੇ ਨਾਲ ਹੀ ਹੁਣ ਮੈਂ ਤੁਹਾਡੇ ਨਾਲ ਪੰਜਾਬ ਦੀ ਗੱਲ ਕਰੂੰਗੀ ਕਿਉਂਕਿ ਮੈਂ ਤੁਹਾਡੇ ਨਾਲ ਇਸ ਮੁੱਦੇ ਦੇ ਉੱਤੇ ਬਹਿਸਣ ਨਹੀਂ ਵਾਲੀ। ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਵੋਟਾਂ ਦਾ ਤੋਲ ਤੁਕਾਨ ਚੱਲ ਰਿਹਾ ਹਰੇਕ ਪਾਰਟੀ ਦੇ ਦਿਮਾਗ ਦੇ ਵਿੱਚ। ਆਪਣੇ ਵੱਲੋਂ ਤਾਂ ਹਰ ਕੋਈ ਕਹਿੰਦਾ ਹੀ ਹੁੰਦਾ ਕਿ ਅਸੀਂ ਆਪਣੀ ਸਰਕਾਰ ਬਣਾਵਾਂਗੇ, ਅਸੀਂ ਆਪਣੀ ਸਰਕਾਰ ਬਣਾਵਾਂਗੇ, ਪਰ ਵਿੱਚੋਂ ਸਾਰੀਆਂ ਜਾਣਦੀਆਂ ਨੇ ਕਿ ਇਸ ਵਾਰ ਅਸੀਂ ਟੁੱਟਣ ਵਾਲੇ ਹਾਂ, ਵੋਟਾਂ ਟੁੱਟਣ ਵਾਲੀਆਂ ਨੇ ਤੇ ਪੂਰੇ ਆਸਾਰ ਨੇ ਕਿ ਪਾਰਟੀਆਂ ਨੂੰ ਬਹੁਮਤ ਵਾਸਤੇ ਇੱਕ ਦੂਜੇ ਦੇ ਨਾਲ ਗੱਠਜੋੜ ਕਰਨਾ ਪਊਗਾ। ਇੱਥੇ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ, ਜਿਨ੍ਹਾਂ ਦਾ ਭਾਜਪਾ ਦੇ ਨਾਲ ਗੱਠਜੋੜ ਸੀ। ਆਪਾਂ ਕੱਲ ਵੀ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਹੈ ਕਿ ਦੋਨਾਂ ਦੇ ਵੱਲੋਂ ਹੁਣ ਇਹੋ ਜਿਹੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਜੇ ਲੋੜ ਪਈ ਤਾਂ ਅਸੀਂ ਦੁਬਾਰਾ ਤੋਂ ਗੱਠਜੋੜ ਕਰਾਂਗੇ। ਦੇਖੋ, ਬਸਪਾ ਦੇ ਨਾਲ ਉਹਨਾਂ ਦਾ ਪਹਿਲਾਂ ਹੀ ਗੱਠਜੋੜ ਹੈ, ਭਾਜਪਾ ਦੇ ਨਾਲ ਗੱਠਜੋੜ ਕਰ ਲੈਣਗੇ, ਇਹ ਤਿੰਨ ਇੱਕ ਹੋ ਜਾਣਗੇ। ਭਾਜਪਾ ਪਹਿਲਾਂ ਹੀ 2 ਜਣਿਆਂ ਨਾਲ ਗੱਠਜੋੜ ਕਰ ਚੁੱਕੀ ਹੈ ਜਿਹਦੇ ਵਿੱਚ ਕੈਪਟਨ ਸਾਹਿਬ ਦੀ ਵੀ ਲੋਕ ਕਾਂਗਰਸ ਪਾਰਟੀ ਦੀ ਸ਼ਮੂਲੀਅਤ ਹੈ ਤੇ ਇੱਕ ਹੋਰ ਪਾਰਟੀ ਦੀ ਵੀ ਸ਼ਮੂਲੀਅਤ ਹੈ। ਮੈਂ ਇਹ ਵੀ ਸੁਣਿਆ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਦਿਮਾਗ 'ਚ ਵੀ ਇਹ ਚੱਲਦਾ ਪਿਆ ਹੈ ਕਿ ਜੇਕਰ ਲੋੜ ਪਈ ਤਾਂ ਅਸੀਂ ਆਪਸ ਦੇ ਵਿੱਚ ਗੱਠਜੋੜ ਕਰਾਂਗੇ। ਤੇ ਇੱਕ ਗੱਲ ਮੈਂ ਇਹ ਵੀ ਸੁਣੀ ਹੈ ਕਿ ਇਹ ਸੱਚੀ ਹੈ ਕਿ ਝੂਠੀ ਹੈ ਕਿ ਦਿੱਲੀ ਦੇ ਵਿੱਚ ਇੱਕ ਵਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਇਆ ਸੀ ਤੇ 3 ਮਹੀਨਿਆਂ ਦੀ ਸਰਕਾਰ ਹੀ ਰਹੀ ਸੀ, 3 ਮਹੀਨਿਆਂ ਬਾਅਦ ਇਹ ਟੁੱਟ ਗਈ ਸੀਗੀ। ਬਿਲਕੁਲ ਠੀਕ ਹੈ ਜੀ। ਦੇਖੋ, ਸਿਆਸਤ ਦੇ ਵਿੱਚ ਨਾ ਸ਼ੀਤਲ ਕੋਈ ਖਾਸ ਨਿਯਮ ਜਾਂ ਕਾਨੂੰਨ ਨਹੀਂ ਹੁੰਦੇ। ਮਤਲਬ ਇਹ ਨਹੀਂ ਹੁੰਦਾ ਸੱਤਾ ਤੇ ਕਾਬਜ਼ ਹੋਣ ਵਾਸਤੇ ਜਾਂ ਸੱਤਾ ਲੈਣ ਵਾਸਤੇ ਕਿਸੇ ਨਾਲ ਵੀ ਸਮਝੌਤਾ ਕੀਤਾ ਜਾ ਸਕਦਾ। ਮਤਲਬ ਬਿੱਲੀ ਮਗਰਮੱਛ ਨਾਲ ਕਰ ਸਕਦੀ ਹੈ, ਸ਼ੇਰ ਜਿਹੜਾ ਹੈ ਆਪਣੇ ਨਿਓਲੇ ਨਾਲ ਕਰ ਸਕਦਾ। ਮਤਲਬ ਇੱਥੇ ਕੋਈ ਇਹੋ ਜਿਹੀ ਕੋਈ ਫਰਕ ਜਾਂ ਕੋਈ ਲਕੀਰ ਨਹੀਂ ਖਿੱਚੀ ਹੁੰਦੀ। ਜਿੱਥੋਂ ਤੱਕ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਵਾਲ ਹੈ, ਉਹ ਭਾਜਪਾ ਨਾਲ ਗੱਠਜੋੜ ਕਰਨਗੇ। ਸੁਰਖੀਆਂ ਇਸ ਤਰ੍ਹਾਂ ਦੀ ਆ ਰਹੀ ਵੀ ਮੁੜ ਗੱਠਜੋੜ ਹੋ ਸਕਦਾ। ਇਹ ਮੁੜ ਮੜ ਵਾਲੀ ਕੋਈ ਗੱਲ ਨਹੀਂ, ਗੱਠਜੋੜ ਦਾ ਤਾਂ ਪਹਿਲਾਂ ਹੀ ਸਾਰਾ ਕੁਝ ਹੋਇਆ। ਔਰ ਉਹ ਜਿਹੜੀ ਡਰਾਮੇਬਾਜ਼ੀ ਸੀਗੀ, ਮਤਲਬ ਉਹਨਾਂ ਨੇ ਰਾਜਨੀਤਿਕ ਸਾਂਝ ਭਾਜਪਾ ਨਾਲ ਖਤਮ ਕੀਤੀ ਸੀ, ਉਹ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਸੀ ਕਿ ਜੀ ਦੇਖੋ ਅਸੀਂ ਬੜੀ ਵੱਡੀ ਕੁਰਬਾਨੀ ਕਰ ਰਹੇ ਹਾਂ। ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦਿੱਤਾ। ਇਹ ਸਾਰੀਆਂ ਗੱਲਾਂ ਨਾਲ ਲੋਕਾਂ ਨੂੰ ਮਤਲਬ ਜਿਤਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਪੰਜਾਬ ਦੇ ਕਿਸਾਨਾਂ ਵਾਸਤੇ ਕਰ ਰਹੇ ਹਾਂ। ਲੇਕਿਨ ਉਹ ਮਜਬੂਰੀ ਸੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਪੰਜਾਬ ਵਿੱਚ ਹੁਣ ਸਾਨੂੰ ਕਿਸੇ ਨੇ ਵੋਟ ਨਹੀਂ ਪਾਉਣੀ। ਅਕਾਲੀ ਦਲ ਤੇ ਬਸਪਾ ਦਾ ਜਿਹੜਾ ਗੱਠਜੋੜ ਹੈ ਇਹ ਕੋਈ ਬਹੁਤ ਵੱਡਾ ਚਮਤਕਾਰ ਨਹੀਂ ਕਰਨ ਲੱਗਿਆ। ਔਰ ਜਿਵੇਂ ਸਾਧ ਨੂੰ ਬਾਹਰ ਲਿਆਂਦਾ ਔਰ ਉਸ ਨੂੰ ਹੁਣ Z+ ਸੁਰੱਖਿਆ ਵੀ ਦਿੱਤੀ ਹੈ ਔਰ ਉਹਦੀ ਫਰਲੋ ਦਾ ਕਾਰਨ ਹੀ ਇਹ ਸੀਗਾ ਕਿ ਉਹ ਆਪਣੇ ਵਗ ਨੂੰ ਕਹੇ ਕਿ ਭਾਜਪਾ ਦੇ ਹੱਕ 'ਚ ਭੁਗਤੋ। ਲੇਕਿਨ ਭਾਜਪਾ ਦਾ ਪੰਜਾਬ ਦੇ ਵਿੱਚ ਨਹੀਂ ਆਧਾਰ ਹੈ ਕੋਈ। ਉਹਦਾ ਕਾਰਨ ਹੈ ਕਿ ਭਾਜਪਾ ਨੇ ਕਿਸਾਨ ਅੰਦੋਲਨ ਦੇ ਦੌਰਾਨ ਜਿਹੋ ਜਿਹੀ ਭੂਮਿਕਾ ਨਿਭਾਈ ਜਾਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਜਿਹਨੂੰ ਆਪਾਂ NDA ਕਹਿੰਦੇ ਹਾਂ, ਉਸ ਨੇ 750 ਕਿਸਾਨਾਂ ਦੀ ਬਲੀ ਲਈ ਹੈ ਔਰ ਇਹ ਗੱਲ ਲੋਕ ਭੁੱਲਣ ਨਹੀਂ ਲੱਗੇ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਇੱਕੋ ਦਮ ਇੱਕ ਬੜਾ ਮਤਲਬ ਦੁਖਾਂਤਕ ਘਟਨਾਕ੍ਰਮ ਵਾਪਰਿਆ ਦੀਪ ਸਿੱਧੂ ਦੀ ਮੌਤ ਵਾਲਾ, ਉਸ ਨੇ ਮਾਲਵੇ ਦੇ ਇੱਕ ਵੱਡੇ ਖੇਤਰ ਨੂੰ ਪ੍ਰਭਾਵਿਤ ਕੀਤਾ। ਔਰ ਜਿੱਥੇ ਸਿਮਰਨਜੀਤ ਸਿੰਘ ਮਾਨ ਨੂੰ ਕੋਈ ਪੁੱਛਦਾ ਨਹੀਂ ਸੀਗਾ, ਆਹ ਤੁਸੀਂ ਵੇਖੋ ਕਿ ਟਰੱਕਾਂ ਦੇ ਟਰੱਕ ਨੇ ਜਿਹੜੇ ਉਹ ਜਾ ਰਹੇ ਨੇ ਫਤਿਹਗੜ੍ਹ ਸਾਹਿਬ ਨੂੰ। ਅੱਜ 24 ਤਾਰੀਖ ਹੈ
ਔਰ ਅੱਜ ਦੇ ਦਿਨ ਉੱਥੇ ਭੋਗ ਪਾਉਣਾ ਉਹਨਾਂ ਦੀ ਮਤਲਬ ਜਿਹੜਾ ਹੁੰਦਾ ਮਰਨ ਤੋਂ ਬਾਅਦ ਭੋਗ ਪੈਂਦਾ ਹੈ, ਤਾਂ ਬਹੁਤ ਸਾਰੇ ਲੋਕ ਉੱਥੇ ਜਾ ਰਹੇ ਨੇ। ਉੱਥੋਂ ਇਹ ਪਤਾ ਲੱਗਦਾ ਹੈ ਕਿ ਉਸ ਤੋਂ ਪਹਿਲਾਂ ਹੀ ਜਦੋਂ ਇਹਨਾਂ ਦੀ ਅਚਾਨਕ ਮੌਤ ਹੋ ਗਈ ਦੀਪ ਸਿੱਧੂ ਦੀ, ਤਾਂ ਸਿਆਸੀ ਸਮੀਕਰਨ ਸੀ ਜਿਹੜੇ ਬੜੀ ਤੇਜ਼ੀ ਨਾਲ ਬਦਲੇ। ਉਹਦਾ ਅਸਰ ਵੀ ਪਵੇਗਾ। ਉਹਦਾ ਅਸਰ ਇਹ ਹੋਵੇਗਾ ਕਿ ਜਿਹੜੀਆਂ ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪੈਣੀਆਂ ਸੀਗੀਆਂ ਉਸ ਖਿੱਤੇ 'ਚ, ਉਹ ਹੁਣ ਆਮ ਆਦਮੀ ਪਾਰਟੀ ਨੂੰ ਨਹੀਂ ਪਈਆਂ ਲੱਗਦੀਆਂ। ਔਰ ਉਹ ਜਿਹੜੀਆਂ ਵੋਟਾਂ ਨੇ ਸਾਰੀਆਂ ਉਹ ਸਿਮਰਨਜੀਤ ਸਿੰਘ ਮਾਨ ਦੇ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਣਗੀਆਂ। ਔਰ ਇੱਕ ਹੋਰ ਅਹਿਮ ਗੱਲ ਹੈ ਕਿ ਐਤਕੀ ਕਿਉਂਕਿ 5 ਕੋਣਾ ਮੁਕਾਬਲਾ ਹੈ, ਇਸ ਕਰਕੇ ਨਾ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੇ ਸਿਆਸੀ ਪਾਰਟੀ ਨੂੰ ਸਾਹਮਣੇ ਰੱਖ ਕੇ ਵੋਟਾਂ ਨਹੀਂ ਪਾਈਆਂ, ਉਹਨਾਂ ਨੇ ਮੁਕਾਮੀ ਉਮੀਦਵਾਰ ਯਾਨੀ ਸਥਾਨਕ ਉਮੀਦਵਾਰਾਂ ਨੂੰ ਸਾਹਮਣੇ ਰੱਖ ਕੇ ਵੋਟਾਂ ਪਾਈਆਂ, ਜਿਨ੍ਹਾਂ ਦੇ ਵਿੱਚ ਮਤਲਬ ਮੈਂ ਕਹਿੰਦਾ ਭਈਆ ਮੈਂ ਵੀ ਸ਼ਾਮਿਲ ਹਾਂ ਕਿ ਮੈਂ ਪਾਰਟੀ ਨਹੀਂ ਵੇਖੀ ਕਿ ਪਾਰਟੀ ਕਿਹੜੀ ਹੈ ਕਿ ਕਿਹੜੀ ਨਹੀਂ, ਮੇਰਾ ਇਸ ਗੱਲ ਨਾਲ ਕੋਈ ਤਾਲੁਕ ਨਹੀਂ। ਪਰ ਮੈਂ ਜਿਸ ਨੂੰ ਵੋਟ ਪਾਈ ਹੈ ਮੈਂ ਇਹ ਸਮਝ ਕੇ ਪਾਈ ਹੈ ਕਿ ਬੰਦੇ ਨੇ ਜਦੋਂ ਉਹ ਬੰਦੇ ਨਾਲ ਮੁਲਾਕਾਤ ਹੋਈ ਤੋਂ ਬੰਦਾ ਸਾਡੇ ਹਲਕੇ ਦੇ ਵਿੱਚ ਬੰਦਾ ਕੰਮ ਕਰੂਗਾ। ਅੱਛਾ, ਇਹ ਸਰ ਰਿਆਇਤ ਕਾਫੀ ਬਦਲ ਗਈ ਹੈ। ਪਹਿਲਾਂ ਹੁੰਦਾ ਸੀ ਲੋਕ ਪਾਰਟੀਆਂ ਦੇਖਦੇ ਸੀ, ਵਿੱਚ ਜੇ ਇਹ ਕੰਮ ਵੀ ਹੋਇਆ ਕਿ ਲੋਕ ਸਿਰਫ ਆਪਣੇ ਹਲਕੇ ਦਾ ਉਮੀਦਵਾਰ ਵੇਖਦੇ ਨੇ। ਚਲੋ ਇਹ ਤਾਂ ਸੋਚ ਦੀ ਗੱਲ ਹੈ। ਮੈਂ ਤੁਹਾਨੂੰ ਸਵਾਲ ਇਹ ਕਰ ਰਹੀ ਹਾਂ ਕਿ ਜੇਕਰ ਮੈਂ ਸੁਣਿਆ ਹੈ ਕਿ ਦਿੱਲੀ ਦੇ ਵਿੱਚ ਇੱਕ ਵਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਗੱਠਜੋੜ ਕੀਤਾ, ਪਰ ਉਹ ਗੱਠਬੰਧਨ 3 ਮਹੀਨੇ ਤੋਂ ਬਾਅਦ ਚੱਲਿਆ ਨਹੀਂ, ਟੁੱਟ ਗਿਆ। ਤੇ ਜੇਕਰ ਪੰਜਾਬ ਦੇ ਵਿੱਚ ਇਹਨਾਂ ਨੂੰ ਇਹੋ ਜਿਹੇ ਹਾਲਾਤ ਬਣਾਉਣੇ ਪੈ ਗਏ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਗੱਠਜੋੜ ਕਰਨਾ ਪੈ ਗਿਆ, ਤੁਹਾਨੂੰ ਲੱਗਦਾ ਇਹ ਗੱਠਜੋੜ ਇਹਨਾਂ ਦਾ ਚੱਲ ਸਕਦਾ ਪੰਜਾਬ? ਦੇਖੋ, ਜਦੋਂ ਨਾ ਗੱਠਜੋੜ ਹੁੰਦਾ ਹੈ, ਕੋਈ 2 ਪਾਰਟੀਆਂ ਦਾ ਗੱਠਜੋੜ ਹੁੰਦਾ, ਜਿਵੇਂ ਅਕਾਲੀ ਤੇ ਭਾਜਪਾ ਦਾ ਗੱਠਜੋੜ ਰਿਹਾ, ਕਾਮਯਾਬ ਗੱਠਜੋੜ ਸੀਗਾ ਕਿ ਤੇਰਾ ਟੁੱਟਣ ਦੀ ਕੋਈ ਨੌਬਤ ਨਹੀਂ ਆਈ। ਇਹ ਉਦੋਂ ਹੁੰਦਾ ਹੈ, ਮਤਲਬ ਇਸ ਤਰ੍ਹਾਂ ਦੀ ਕਸ਼ੀਦਗੀ ਉਦੋਂ ਪੈਦਾ ਹੁੰਦੀ ਹੈ ਜਦੋਂ ਇੱਕ ਪਾਰਟੀ ਦੇ ਵਿਧਾਇਕ ਜ਼ਿਆਦਾ ਹੁੰਦੇ ਆ ਤੇ ਉਹਦੇ ਕੋਲੇ ਸਿਰਫ ਮਤਲਬ ਥੋੜੇ ਜਿਹੇ ਵਿਧਾਇਕਾਂ ਦੀ ਕਮੀ ਹੁੰਦੀ ਹੈ। ਤਾਂ ਉਸ ਵੇਲੇ ਜਿਹੜੀ ਪਾਰਟੀ ਨਾਲ ਉਹ ਗੱਠਜੋੜ ਕਰਦੀ ਹੈ ਜਾਂ ਉਹਨੂੰ ਉਸਦੇ ਵਿਧਾਇਕਾਂ ਨੂੰ ਆਪਣੇ ਨਾਲ ਲਿਆਉਂਦੀ ਹੈ ਜਾਂ ਸਹਿਮਤੀ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ, ਤਾਂ ਫਿਰ ਜਿਹੜੇ ਘੱਟ ਗਿਣਤੀ ਦੇ ਵਿਧਾਇਕ ਹੁੰਦੇ ਨੇ ਉਹ ਇਹ ਮੁਤਾਲਬਾ ਕਰਦੇ ਆ ਕਿ ਸਾਨੂੰ ਆਹ ਮਹਿਕਮੇ ਮਿਲਣੇ ਚਾਹੀਦੇ ਨੇ, ਜਾਂ ਸਾਡਾ ਮੁੱਖ ਮੰਤਰੀ ਹੋਣਾ ਚਾਹੀਦਾ, ਜਾਂ ਰੋਟੇਸ਼ਨ ਵਿੱਚ ਮੁੱਖ ਮੰਤਰੀ ਹੋਣਾ ਚਾਹੀਦਾ, ਜਾਂ ਉਪ ਮੁੱਖ ਮੰਤਰੀ ਹੋਣਾ ਚਾਹੀਦਾ। ਇੱਥੇ ਹੀ ਮੈਂ ਤੁਹਾਡੇ ਨਾਲ ਗੱਲ ਕਰਦੀ, ਜੇਕਰ ਇਹ ਕਰ ਲੈਂਦੇ ਨੇ ਕਾਂਗਰਸੀ ਤੇ ਆਮ ਆਦਮੀ ਪਾਰਟੀ ਵਾਲੇ, ਤਾਂ ਕੀ ਇਹਨਾਂ ਦਾ ਮੁੱਖ ਮੰਤਰੀ 2.5 ਸਾਲ ਦਾ ਹੋਊਗਾ? ਏਦਾਂ ਹੋ ਸਕਦਾ? ਹੋ ਸਕਦਾ, ਮਤਲਬ ਇਹ ਵੀ ਹੋ ਸਕਦਾ, ਕੁਝ ਵੀ ਸੰਭਵ ਹੈ। ਲੇਕਿਨ ਇਹ ਵੀ ਸਵਾਲ ਖੜਾ ਹੋ ਸਕਦਾ ਕਿ ਅਸੀਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਮਤਲਬ ਮੁੱਖ ਮੰਤਰੀ ਵਜੋਂ ਸਵੀਕਾਰ ਨਹੀਂ ਕਰਦੇ, ਕਿਸੇ ਹੋਰ ਬੰਦੇ ਨੂੰ ਬਣਾਓ। ਇਹ ਵੀ ਇੱਕ ਸਵਾਲ ਪੈਦਾ ਹੋ ਸਕਦਾ। ਜਾਂ ਇਹ ਵੀ ਹੋ ਸਕਦਾ ਕਿ ਪਹਿਲਾਂ ਸਾਡੇ ਬੰਦੇ ਨੂੰ ਬਣਾਓ, ਜਾਂ ਸਾਡੇ ਬੰਦੇ ਨੂੰ ਤੁਸੀਂ ਬਣਾਓ ਉਪ ਮੁੱਖ ਮੰਤਰੀ, ਔਰ ਜਿਹੜਾ ਗ੍ਰਹਿ ਵਿਭਾਗ ਹੈ ਉਹਨੂੰ ਦਿਓ, ਜਾਂ ਆ ਜਿਹੜੇ ਮਲਾਈਦਾਰ ਮਹਿਕਮੇ ਨੇ ਇਹ ਸਾਡੇ ਬੰਦਿਆਂ ਨੂੰ ਮਿਲਣੇ ਚਾਹੀਦੇ। ਤੋਂ ਇਸ ਵੇਲੇ ਇਸ ਤਰ੍ਹਾਂ ਨਾਲ ਕਈ ਵਾਰੀ ਪਾਰਟੀ ਫੁੱਟ ਪੈ ਜਾਂਦੀ ਆ ਔਰ ਜਿਹੜਾ ਗਠਬੰਧਨ ਹੁੰਦਾ ਟੁੱਟਣ ਦੇ ਆਸਾਰ ਪੈਦਾ ਹੋ ਜਾਂਦੇ ਨੇ। ਇਹਦੇ ਨਾਲ ਹੀ ਝਾਤ ਮਾਰਦੇ ਆ ਆਪਣੇ ਵਿਸ਼ਵ ਵੱਲ, ਸੰਸਾਰ ਵੱਲ, ਜਿਹਦੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਰੂਸ ਤੇ ਯੂਕਰੇਨ ਦੇ ਵਿੱਚ। ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਰੂਸ ਕਹਿ ਰਿਹਾ ਹੈ ਕਿ ਮੈਂ ਗੱਲ ਕਰਨ ਨੂੰ ਤਿਆਰ ਹਾਂ, ਬੈਠ ਕੇ ਮੈਂ ਗੱਲ ਕਰਾਂਗਾ, ਪਰ ਆਪਣੀਆਂ ਸ਼ਰਤਾਂ ਤੇ ਗੱਲ ਕਰਾਂਗਾ। ਪਰ ਹੁਣ ਸਰ ਖਬਰਾਂ ਜਿਹੜੀਆਂ ਸਾਨੂੰ ਸਾਡੇ ਸੂਤਰਾਂ ਤੋਂ ਮਿਲਦੀਆਂ ਪਈਆਂ ਨੇ ਕਿ ਰੂਸ ਨੇ ਆਪਣੀ ਕਾਫੀ ਫੌਜ ਜਿਹੜੀ ਹੈ ਯੂਕਰੇਨ ਦੇ ਅੰਦਰ ਦਾਖਲ ਵੀ ਕਰ ਦਿੱਤੀ ਹੈ, ਹਮਲਾ ਵੀ ਸ਼ੁਰੂ ਕਰ ਦਿੱਤਾ। ਇਹੋ ਜਿਹੀਆਂ ਖਬਰਾਂ ਵੀ ਆ ਰਹੀਆਂ ਨੇ। ਨਾਲ ਹੀ ਨਾਲ ਰੂਸ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਸੀਂ ਯੂਕਰੇਨ ਦੇ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕੀਤੀ ਤੇ ਤੁਹਾਨੂੰ ਵੀ ਨਤੀਜੇ ਭੁਗਤਣੇ ਪੈਣਗੇ। ਇਹ ਕੀ ਹੋ ਰਿਹਾ? ਦੇਖੋ, ਇਹ ਤਾਂ ਪਹਿਲੇ ਦਿਨ ਤੋਂ ਹੀ ਪਤਾ ਸੀਗਾ, ਪਰ ਲੇਕਿਨ ਮੈਂ ਜੋ ਗੱਲ ਸਮਝਦਾ ਉਹ ਇਹ ਹੈ ਕਿ ਜਿਸ ਬੇਬਾਕੀ ਨਾਲ, ਦ੍ਰਿੜਤਾ ਨਾਲ ਔਰ ਬਿਨਾਂ ਕਿਸੇ ਦੇ ਡਰ ਦੀ ਪਰਵਾਹ ਕੀਤੇ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਸੰਬੰਧ ਵਿੱਚ ਆਪਣੀ ਜਿਹੜੀ ਰਣਨੀਤੀ ਹੈ ਉਹ ਸਾਰੇ ਵਿਸ਼ਵ ਦੇ ਸਾਹਮਣੇ ਰੱਖੀ ਔਰ ਕਿਸੇ ਦੀ ਮਤਲਬ ਧੌਂਸ ਮੰਨਣ ਤੋਂ ਇਨਕਾਰ ਕੀਤਾ। ਔਰ ਇੱਕ ਪਾਸੇ EU, ਯੂਰਪੀਅਨ ਯੂਨੀਅਨ, ਨੈਟੋ ਔਰ ਅਮਰੀਕਾ ਤੇ ਆਲਮੀ ਸੰਸਥਾ, ਕਿਸੇ ਦੀ ਉਹਨਾਂ ਨੇ ਪਰਵਾਹ ਨਹੀਂ ਕੀਤੀ। ਉਹਨਾਂ ਨੇ ਕਿਹਾ ਜੋ ਪਾਬੰਦੀਆਂ ਦੀ ਮੈਂ ਪਰਵਾਹ ਨਹੀਂ ਕਰਦਾ, ਲਾਈ ਜਾਓ ਜਿੰਨੀਆਂ ਲਾਉਣੀਆਂ ਨੇ। ਲੇਕਿਨ ਯੂਕਰੇਨ ਜਿਹੜਾ ਹੈ ਉਹਦੇ ਸੰਬੰਧ ਵਿੱਚ ਇਤਿਹਾਸ 'ਚ ਜੋ ਗਲਤੀ ਹੋਈ ਹੈ, ਯਾਨੀ ਉਹ ਸਾਡੇ ਤੋਂ ਨਖੇੜਿਆ ਗਿਆ ਜਾਂ ਉਹ ਨਿਖੜਿਆ, ਹਾਲਾਤ ਐਸੇ ਪੈਦਾ ਹੋ ਗਏ। ਲੇਕਿਨ ਹੁਣ ਉਹਨੂੰ ਸਾਡੇ ਨਾਲ ਰਲਾਉਣ ਦਾ ਮੌਕਾ ਹੈ ਔਰ ਅਸੀਂ ਇਹ ਮੌਕਾ ਖੁੰਝਣ ਨਹੀਂ ਦੇਵਾਂਗੇ। ਜਿਹੜੇ 2 ਖੇਤਰਾਂ ਨੂੰ ਖੁਦਮੁਖਤਾਰ ਰਿਪਬਲਿਕ ਡਿਕਲੇਅਰ ਕੀਤਾ ਹੈ, ਉੱਥੋਂ ਹੀ ਇਹ ਗੱਲ ਸਾਫ਼ ਹੋ ਗਈ ਸੀ ਕਿ ਹੁਣ ਵਾਰੀ ਯੂਕਰੇਨ ਦੀ ਆਉਣੀ ਹੈ। ਔਰ ਯੂਕਰੇਨ ਨੂੰ ਦੇ ਵਿੱਚ ਜਿਹੜੀਆਂ ਫੌਜਾਂ ਦੀ ਇਹ ਹੁਣ ਫੌਜਾਂ ਦਾ ਦਾਖਲਾ ਹੈ, ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਯੂਕਰੇਨ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਫਿਰ ਰੂਸ ਦਾ ਨਿਖੜਵਾਂ ਅੰਗ ਬਣੇਗਾ। ਔਰ ਉਹਦੇ 'ਚ ਜਿਹੜੀ ਵਲਾਦੀਮੀਰ ਪੁਤਿਨ ਨੇ ਵੱਡੀ ਗੱਲ ਕਹੀ ਹੈ, ਉਹ ਕਿਹਾ ਵੀ ਮੈਂ ਕਿਸੇ ਤੋਂ ਡਰਦਾ ਡੁਰਦਾ ਨਹੀਂਗਾ। ਔਰ ਜਿਵੇਂ ਤੁਸੀਂ ਕਿਹਾ ਅਮਰੀਕਾ ਜੇ ਕੋਈ ਉਹਦੇ 'ਚ ਦਖਲਅੰਦਾਜ਼ੀ ਕਰੂਗਾ ਤੇ ਉਹਦੇ ਉਹਨੂੰ ਭਿਆਨਕ ਸਿੱਟੇ ਭੁਗਤਣੇ ਪੈਣਗੇ। ਹੁਣ ਇਹ ਹੈ ਕਿ ਹੋਰ ਸਖਤ ਪਾਬੰਦੀਆਂ ਲਾਉਣ ਦੀ ਗੱਲ ਕੀਤੀ ਜਾਵੇਗੀ, ਪਰ ਰੂਸ ਨੇ ਜਦੋਂ ਇਹ ਤਹਈਆ ਕਰ ਹੀ ਲਿਆ ਕਿ ਉਸ ਨੂੰ ਕਿਸੇ ਵੀ ਮਤਲਬ ਬਾਹਰੀ ਤਾਕਤ, ਉਹ ਭਾਵੇਂ ਨਾਟੋ ਨਾਲ ਸੰਬੰਧਿਤ ਹੈ ਜਾਂ ਉਹ
ਆਪਣੇ ਆਲਮੀ ਸੰਸਥਾ ਦਾ ਕੋਈ ਮਤਲਬ ਉਧਰੋਂ ਧਮਕੀ ਮਿਲ ਰਹੀ ਹੈ, ਜਾਂ ਫਿਰ ਉਹ ਯੂਰਪੀਅਨ ਯੂਨੀਅਨ ਦੇ ਜਿਹੜੇ ਮਤਲਬ ਮੈਂਬਰ ਨੇ ਉਹ ਕੋਈ ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ, ਤਾਂ ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਪਰ ਲੇਕਿਨ ਗੱਲ ਇਹ ਹੈ ਕਿ ਜਿਹੜੀ ਫਿਕਰਮੰਦੀ ਵਾਲੀ ਗੱਲ ਹੈ ਸਾਰੇ ਸੰਸਾਰ ਵਾਸਤੇ, ਕਿ ਜੰਗ ਜਿਹੜੀ ਹੈ ਉਹ ਜਿਹੜਾ ਬੰਦਾ ਜਿੱਤਦਾ ਹੁੰਦਾ ਜਾਂ ਜਿਹੜਾ ਬੰਦਾ ਹਾਰਦਾ ਹੁੰਦਾ, ਫਰਕ ਇੰਨਾ ਹੀ ਹੁੰਦਾ ਕਿ ਜਿੱਤਿਆ ਵਾਲਿਆਂ ਦੇ ਕੋਲੇ ਹੁੰਦੇ ਆ ਤੇ ਹਾਰਿਆਂ ਦੀ ਸਵਾਹ ਹੁੰਦੀ ਹੈ। ਤੋ ਜੇ ਇਹ ਜੰਗ ਆਲਮੀ ਜੰਗ ਦੀ ਸੂਰਤ ਅਖਤਿਆਰ ਕਰਦੀ ਹੈ ਤਾਂ ਇਹ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕਰੇਗੀ, ਕਿਉਂਕਿ ਸਾਰੇ ਵਿਸ਼ਵ ਦੇ ਜਿਹੜੇ ਮੁਲਕ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ। ਕਿਤੇ ਕੋਈ ਤੁਹਾਡੇ ਆਰਥਿਕ ਸੰਬੰਧ ਹੁੰਦੇ ਨੇ, ਕਿਤੇ ਤੁਹਾਡੇ ਮਤਲਬ ਰਾਜਨੀਤਿਕ ਸੰਬੰਧ ਹੁੰਦੇ ਨੇ। ਬਿਲਕੁਲ, ਇਸ ਕਰਕੇ ਕੋਈ ਮੁਲਕ ਕਿਸੇ ਤੋਂ ਅਲੱਗ ਨਹੀਂ ਹੁੰਦਾ। ਵਪਾਰ ਜਿਹੜਾ ਹੈ ਉਹ ਆਲਮੀ ਪੱਧਰ ਦੇ ਉੱਤੇ ਸਾਰੇ ਮੁਲਕ ਤਕਰੀਬਨ ਇੱਕ ਦੂਜੇ ਦੇ ਜ਼ਰੀਏ ਹੀ ਕਰਦੇ ਨੇ। ਤੋ ਵਲਾਦੀਮੀਰ ਪੁਤਿਨ ਨੇ ਜਿਹੜੇ, ਉਹਨਾਂ ਨੂੰ ਸਿਰਫ ਇਹ ਖਤਰਾ ਹੈ, ਜਿਸ ਖਤਰੇ ਨੂੰ ਲੈ ਕੇ ਉਹਨਾਂ ਨੇ ਯੂਕਰੇਨ ਦੇ ਵਿੱਚ ਆਪਣੀ ਫੌਜ ਭੇਜੀ ਹੈ, ਕਿ ਜੇ ਮੈਂ ਨਾਟੋ ਜਿਹੜਾ ਹੈ ਉਹਨੂੰ ਇੰਨੀ ਖੁੱਲ੍ਹ ਦੇਤੀ ਕਿ ਉਹ ਮੇਰੇ ਆਸੇ-ਪਾਸੇ ਜਿੰਨੇ ਵੀ ਮੁਲਕ ਰੂਸ ਨਾਲ ਅਲੱਗ ਹੋਏ ਨੇ ਉਹਨਾਂ ਨੂੰ ਆਪਣੇ ਮੈਂਬਰ ਬਣਾ ਲਵੇ, ਉਹ ਤਾਂ ਮੇਰੇ ਸਿਰ ਤੇ ਆ ਕੇ ਬਹਿ ਜਾਊਗਾ, ਔਰ ਉਸ ਨਾਲ ਮੇਰੀ ਰਾਸ਼ਟਰੀ ਏਕਤਾ ਤੇ ਮੇਰੀ ਖੇਤਰੀ ਅਖੰਡਤਾ ਜਿਹੜੀ ਹੈ ਉਸ ਨੂੰ ਚੁਣੌਤੀਆਂ ਮਿਲਣਗੀਆਂ। ਔਰ ਮੈਂ ਇਹ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ। ਔਰ ਮੈਂ ਸਮਝਦਾ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉੱਥੇ ਠੀਕ ਨੇ। ਹੁਣ ਜੇ ਤੁਸੀਂ ਸੋਚੋ ਨਾ ਵੀ ਸ਼੍ਰੀਲੰਕਾ ਦੇ ਵਿੱਚ ਆ ਕੇ ਕੋਈ ਫੌਜ ਬੈਠ ਜੇ, ਇਧਰ ਨੇਪਾਲ ਚ ਸਾਨੂੰ ਘੇਰ ਲੇ, ਹਨਾ, ਮਤਲਬ ਜੇ ਸਾਰੇ ਪਾਸਿਓਂ ਸਾਨੂੰ ਘੇਰੇ ਤੇ ਅਸੀਂ ਕੀ ਕਰਾਂਗੇ? ਸਾਨੂੰ ਲੱਗੇਗਾ ਨਾ ਕਿ ਸਾਡੇ ਸਿਰ ਤੇ ਆ ਕੇ ਬਹਿ ਗਏ ਨੇ, ਤੇ ਫਿਰ ਅਸੀਂ ਇਹੀ ਕਰਾਂਗੇ, ਉਹਨਾਂ ਨੂੰ ਖਦੇੜਾਂਗੇ ਔਰ ਜਿੱਥੇ ਜਿੱਥੇ ਉਹ ਬੈਠੇ ਨੇ ਉਹਨਾਂ ਨੂੰ ਭਜਾਵਾਂਗੇ। ਸੋ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਉਹ ਨੌਬਤ ਨਹੀਂ ਆਉਣ ਦਿੱਤੀ ਕਿ ਯੂਕਰੇਨ ਨਾਟੋ ਦਾ ਮੈਂਬਰ ਬਣਦਾ। ਤੋ ਵਲਾਦੀਮੀਰ ਪੁਤਿਨ ਨੇ ਜਿਹੜਾ ਫੈਸਲਾ ਕੀਤਾ, ਔਰ ਉਹ ਫੈਸਲਾ ਮੈਂ ਸਮਝਦਾ ਬਿਲਕੁਲ ਠੀਕ ਹੈ। ਪਰ ਫਿਰ ਵੀ ਅਸੀਂ ਇਹ ਕਹਾਂਗੇ ਕਿ ਜੰਗ ਲੱਗਣਾ ਹੱਲ ਨਹੀਂ ਹੁੰਦਾ। ਜੰਗ ਦੇ ਜਿਹੜੇ ਬਾਅਦ ਵਿੱਚ ਨਤੀਜੇ ਹੁੰਦੇ ਨੇ ਉਹ ਸਾਰਿਆਂ ਦੇ ਲਈ ਇੱਕੋ ਜਿਹੇ ਹੁੰਦੇ ਨੇ ਔਰ ਨੁਕਸਾਨ ਵਾਲੇ ਹੁੰਦੇ ਨੇ। ਹਜੇ ਵੀ ਆਪਾਂ ਇਹ ਉਮੀਦ ਕਰਦੇ ਹਾਂ ਕਿ ਕੁਦਰਤ ਕਰੇ ਕਿ ਇਹਨਾਂ ਦੀ ਆਪਸ ਦੇ ਵਿੱਚ ਜੇਕਰ ਗੱਲਬਾਤ ਦੇ ਨਾਲ ਮਸਲਾ ਹੱਲ ਹੁੰਦਾ ਤੇ ਹੱਲ ਹੋ ਜਾਏ, ਕਿਉਂਕਿ ਅੱਜ ਵੀ ਭਾਰਤ ਨੇ ਬਿਆਨ ਇਹੀ ਦਿੱਤਾ ਹੈ ਕਿ ਜੇਕਰ ਬਹਿ ਕੇ ਮਸਲਾ ਸੁਲਝਾਇਆ ਜਾ ਸਕਦਾ ਤਾਂ ਹਜੇ ਵੀ ਤੁਹਾਡੇ ਕੋਲ ਮੌਕਾ ਹੈ। ਪਰ ਮੈਨੂੰ ਵੀ ਲੱਗਦਾ ਸਰ, ਜੇਕਰ ਘਰ ਦੇ ਵਿੱਚ ਵੀ ਬਾਰ-ਬਾਰ ਲੜਾਈ ਹੁੰਦੀ ਹੋਵੇ ਤਾਂ ਬਹਿ ਕੇ ਮਸਲਾ ਸੁਲਝਾ ਲੈਣਾ ਚਾਹੀਦਾ। ਤੁਹਾਨੂੰ ਕੀ ਲੱਗਦਾ? ਦੇਖੋ, ਘਰ 'ਚ ਵੀ ਮਤਲਬ ਬਹੁਤ ਵਾਰੀ ਇਹ ਹੁੰਦਾ ਕਿ ਗੱਲਬਾਤ ਨਾਲ ਮਸਲੇ ਨਹੀਂ ਸੁਣਦੇ, ਜੁੰਡੋ-ਜੁੰਡੀ ਹੋਣਾ ਪੈਂਦਾ। ਸਮਝਦੇ ਹੋ ਨਾ, ਇੱਕ ਦੂਜੇ ਦੇ ਥੱਪੜੀ ਹੋ ਕੇ ਫਿਰ ਬਾਹਰਲੇ ਜਿਹੜੇ ਬੰਦੇ ਬਹੁਤ ਵਾਰੀ ਮਤਲਬ ਜਨਾਨੀ ਬੰਦੇ 'ਚ ਝਗੜਾ ਨਹੀਂ ਹੁੰਦਾ ਜੀ, ਥੱਪੜੋ ਥੱਪੜੀ ਵਾਲੀ ਨੌਬਤ ਹੁੰਦੀ, ਕੋਈ ਦੱਸੇ ਨਾ ਦੱਸੇ। ਕਈ ਵਾਰੀ ਜਨਾਨੀ ਬੰਦੇ ਨੂੰ ਢਾਹ ਲੈਂਦੀ ਆ, ਜੇ ਬੰਦਾ ਦਰਦ ਪੀ ਕੇ ਆ ਜਾਏ ਉਹ ਵਿਚਾਰਾ ਕੁਝ ਨਹੀਂ ਕਰ ਸਕਦਾ ਹੁੰਦਾ, ਬੇਬਸ ਹੁੰਦਾ ਜੀ। ਤਾਂ ਠੀਕ ਆ, ਮੈਂ ਆਪਣਾ ਮੰਜੇ ਤੇ ਡਿੱਗ ਪੈਂਦਾ। ਠੀਕ ਹੈ, ਤੁਸੀਂ ਆਪਣਾ ਦਰਦ ਦੁੱਖ ਸਾਡੇ ਨਾਲ ਸਾਂਝਾ ਕਰ ਰਹੇ ਹੋ। ਮੈਂ ਇਹ ਗੱਲ ਕਰ ਰਿਹਾ। ਇਹਦੇ ਨਾਲ ਹੀ ਨਾਲ ਚੋਣਾਂ ਭਰੀ ਚੰਗੇਰ ਪ੍ਰੋਗਰਾਮ ਦੇ ਵਿੱਚ ਸਾਨੂੰ ਅੱਜ ਦਿਓ ਇਜਾਜ਼ਤ। ਕੱਲ ਫਿਰ ਹਾਜ਼ਰ ਹੋਵਾਂਗੇ ਨਵੇਂ ਲੈ ਕੇ ਮੁੱਦੇ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।